ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ, ਜੁੜਨ ਵਾਸਤੇ ਜੋ ਸਮਾਂ ਮਿਲ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਬਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾ। ਇੱਕ ਓੰਕਾਰ ਸਤ ਗੁਰ ਪ੍ਰਸਾਦ ਡਖਣਾ। ਸੋ ਹੰਦੜੋ ਹਬ ਠਾਏ। ਕੋਇ ਨਾ ਦਿਸੈ ਡੂਜੜੋ। ਖੁੱਲੜੇ ਕਪਾਟ। ਨਾਨਕ ਸਤਿਗੁਰ ਭੇਟ ਤੇ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਬਚਨ, ਜੋ ਸ਼੍ਰੀ ਰਾਗ ਦੇ ਵਿੱਚ ਛੰਤ ਰੂਪ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 80 ਦੇ ਉੱਪਰ ਸੁਭਾਏਮਾਨ ਹੈ। ਅੰਮ੍ਰਿਤਮਈ ਬਾਣੀ ਜੋ ਦੱਖਣਾਂ ਦੇ ਰੂਪ ਵਿੱਚ, ਜੋ ਦੱਖਣ ਦਾ ਇਲਾਕਾ ਹੈ, ਮੁਲਤਾਨ ਇਤ ਆਦਿਕ ਜਿਹੜੇ ਇਲਾਕੇ ਨੇ, ਉਹਨਾਂ ਦੇ ਵਿੱਚ ਜੋ ਉਹਨਾਂ ਦੀ ਬੋਲੀ ਵਿੱਚ ਉਚਾਰਨ ਕੀਤਾ ਜਾਂਦਾ ਹੈ, ਅਸੀਂ ਦੱਦਾ ਸ਼ਬਦ ਵਰਤਦੇ ਹਾਂ। ਉਹਨਾਂ ਦੀ ਬੋਲੀ ਵਿੱਚ ਦੱਖਣ ਦੇ ਇਲਾਕੇ ਵਿੱਚ ਡੱਡਾ ਸ਼ਬਦ ਵਰਤਿਆ ਜਾਂਦਾ ਹੈ। ਇਸ ਲਈ ਮਹਾਰਾਜ ਜੀ ਨੇ ਆਰੰਭਤਾ ਵਿੱਚ ਇਹ ਹਿੰਟ ਦਿੱਤਾ ਹੈ ਕਿ ਇਹ ਬਾਣੀ ਜੋ ਇਹਦੇ ਵਿੱਚ ਬੋਲੀ ਭਾਸ਼ਾ ਦਾ ਵਰਤੋਂ ਕੀਤੀ ਗਈ ਹੈ, ਉਹ ਹੈ ਦੱਖਣਾਂ ਦੇ ਰੂਪ ਵਿੱਚ, ਛੰਤ ਦੇ ਰੂਪ ਵਿੱਚ ਇਹ ਪਾਵਨ ਬਾਣੀ ਹੈ। ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਸੋ ਹੰਦੜੋ ਹਬ ਠਾਏ। ਕੋਈ ਨਾ ਦੀਸੈ ਡੂਜੜੋ। ਅਸੀਂ ਦੱਦੇ ਦੇ ਨਾਲ ਉਚਾਰਨ ਕਰਦੇ ਹਾਂ ਦੂਜੜੋ, ਪਰ ਇੱਥੇ ਜਿਹੜੀ ਦੱਖਣ ਦੇ ਇਲਾਕੇ ਵਾਲੀ ਬੋਲੀ ਹੈ, ਉਸ ਮੁਤਾਬਕ ਡੂਜੜੋ ਡੱਡੇ ਦੇ ਨਾਲ। ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ। ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਸਤਿਗੁਰ ਭੇਟ ਤੇ, ਜਿਨ੍ਹਾਂ ਨੇ ਸੱਚੇ ਗੁਰੂ ਦਾ ਮਿਲਾਪ ਹਾਸਲ ਕੀਤਾ, ਜਿਨ੍ਹਾਂ ਨੂੰ ਸਤਿਗੁਰੂ ਦੇ ਰੂਪ ਵਿੱਚ ਸੱਚਾ ਗਿਆਨ ਮਿਲ ਗਿਆ। ਸੱਚੇ ਗਿਆਨ ਦੇ ਮਿਲਦਿਆਂ ਸਤਿਗੁਰੂ ਦੇ ਮਿਲਾਪ ਵਿੱਚ ਖੁੱਲੜੇ ਕਪਾਟ, ਜਿਹੜੇ ਕਪਾਟ ਸੀ, ਇਹ ਖੁੱਲ੍ਹ ਗਏ। ਤੇ ਜਦੋਂ ਇਹ ਕਪਾਟ ਖੁੱਲ੍ਹੇ, ਪਰਮੇਸ਼ਵਰ ਹਰ ਥਾਂ ਦੇ ਉੱਤੇ ਸੁਭਾਏਮਾਨ ਹੋਇਆ, ਅਤੀ ਸੁੰਦਰ ਦੇ ਰੂਪ ਵਿੱਚ ਦਿਸ ਪਿਆ। ਤੇ ਜਦੋਂ ਉਹ ਦਿਸਿਆ
ਫਿਰ ਪਤਾ ਲੱਗਾ ਵੀ ਉਹਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਕਿਉਂਕਿ ਜਿੰਨਾ ਚਿਰ ਅਸੀਂ ਉਹਨੂੰ ਦੇਖਾਂਗੇ, ਮਹਿਸੂਸ ਨਹੀਂ ਕਰਾਂਗੇ, ਜਿੰਨਾ ਚਿਰ ਸਾਨੂੰ ਉਹਦੇ ਬਾਰੇ ਪਤਾ ਹੀ ਨਹੀਂ ਲੱਗੇਗਾ, ਨਿਰੰਕਾਰ ਵਾਹਿਗੁਰੂ ਜੀ ਬਾਰੇ, ਉਨਾ ਚਿਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਹੇ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ। ਇਹ ਉਦੋਂ ਹੀ ਆਖਿਆ ਜਾਏਗਾ ਜਦੋਂ ਅਸੀਂ ਸਮਝ ਲਾਂਗੇ ਕਿ ਨਿਰੰਕਾਰ ਵਾਹਿਗੁਰੂ ਜੀ ਦੀ ਹਸਤੀ, ਉਹਦੀ ਹੋਂਦ ਕੈਸੀ ਹੈ। ਪਰ ਇਹ ਤਾਂ ਗੱਲ ਬਣਨੀ ਹੈ ਜਦੋਂ ਸਤਿਗੁਰੂ ਨੂੰ ਮਿਲ ਕੇ ਅੰਦਰ ਦੇ ਕਪਾਟ ਖੁੱਲ੍ਹਣੇ ਆ। ਮਨ ਦਾ ਦਰਵਾਜ਼ਾ ਜਿਹੜਾ ਹੈ ਇਹ ਖੁੱਲ੍ਹਣਾ ਹੈ ਤੇ ਗੁਰੂ ਤੋਂ ਬਿਨਾਂ ਨਹੀਂ ਖੁੱਲ੍ਹਣਾ। ਸੁਹੰਦੜੋ ਹਬ ਠਾਏ, ਇਹ ਬਾਹਰ ਦੀਆਂ ਅੱਖਾਂ ਨਾਲ ਖੇਡ ਨਹੀਂ ਬਣਨੀ, ਇਹ ਮਨ ਦੀਆਂ ਅੱਖਾਂ ਦੇ ਨਾਲ ਖੇਡ ਬਣਨੀ ਹੈ। ਤੇ ਮਨ ਬਾਹਰੋਂ ਅੱਖਾਂ ਖੁੱਲੀਆਂ ਨੇ, ਮਨ ਦੀਆਂ ਅੱਖਾਂ ਬੰਦ ਨੇ। ਬਾਹਰ ਚਾਨਣ ਹੋ ਗਿਆ, ਬਾਹਰ ਉਜਾਲਾ ਹੋ ਗਿਆ, ਬਾਹਰ ਰੋਸ਼ਨੀ ਹੋ ਗਈ, ਪਰ ਮਨ ਤੇ ਅੰਧਾ ਹੈ, ਅਗਿਆਨਤਾ ਦੇ ਹਨੇਰੇ ਵਿੱਚ ਹੈ। ਇਸ ਲਈ ਸਤਿਗੁਰੂ ਦਾ ਮਿਲਾਪ ਮਨ ਕਰਕੇ ਹੋਣਾ ਬੜਾ ਜ਼ਰੂਰੀ ਹੈ। ਇਹ ਜਿਹੜਾ ਜੰਦਰਾ ਵੱਜਿਆ ਹੋਇਆ ਹੈ ਮਨ ਨੂੰ, ਜਿਸ ਕਰਕੇ ਅੰਦਰ ਹਨੇਰਾ ਹੀ ਹਨੇਰਾ ਹੈ, ਇਹ ਜੰਦਰਾ ਤਾਂ ਹੀ ਖੁੱਲ੍ਹੇਗਾ ਜੇ ਅਸੀਂ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਮਨ ਕਰਕੇ ਗੁਰੂ ਦਾ ਸ਼ਬਦ ਸੁਣਾਂਗੇ। ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਪੌੜੀ ਦੇ ਵਿੱਚ ਜ਼ਿਕਰ ਕੀਤਾ ਹੈ। ਭਾਈ ਗੁਰਦਾਸ ਜੀ ਕਹਿੰਦੇ, ਸਾਧ ਸੰਗਤ ਗੁਰ ਸ਼ਬਦ ਸੁਣ, ਤਨ ਅੰਦਰ ਮਨ ਥਿਰ ਨਾ ਰਹੰਦਾ। ਹੁਣ ਸਤ ਸੰਗਤ ਵਿੱਚ ਆ ਕੇ, ਗੁਰੂ ਦੀ ਸੰਗਤ ਵਿੱਚ ਆ ਕੇ ਸ਼ਬਦ ਤਾਂ ਸੁਣਿਆ ਬਾਹਰ ਦੇ ਕੰਨ ਨੇ, ਬਾਹਰ ਦੇ ਕੰਨ ਨੇ ਸ਼ਬਦ ਤਾਂ ਸੁਣਿਆ, ਪਰ ਮਨ ਥਿਰ ਨਾ ਰਹੰਦਾ। ਬਜਰ ਕਪਾਟ ਖੁੱਲੇ ਨਾ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਇਹ ਕਪਾਟ ਹੈ ਨਾ, ਇਹ ਬੜਾ ਹੀ ਔਖਾ ਖੁੱਲਦਾ ਹੈ, ਇਹਨੂੰ ਖੋਲਣਾ ਸੌਖਾ ਨਹੀਂ ਹੈ। ਜਿਵੇਂ ਅਸੀਂ ਜਿਸ ਦਰਵਾਜ਼ੇ ਤੋਂ ਲੰਘ ਕੇ ਗੁਰੂ ਸਾਹਿਬ ਦੇ ਦਰ ਤੇ ਆਏ ਹਾਂ, ਉਹ ਦਰਵਾਜ਼ਾ ਤੇ ਖੁੱਲ੍ਹਾ ਹੈ, ਉੱਥੋਂ ਆਉਣਾ ਸਾਡੇ ਲਈ ਸੌਖਾ ਹੈ ਕਿ ਤੁਸੀਂ ਜੋੜੇ ਘਰ ਵਿੱਚ ਜੋੜੇ ਉਤਾਰੋ, ਹੱਥ ਪੈਰ ਆਪਣੇ ਧੋਵੋ ਤੇ ਆ ਜਾਓ। ਪਰ ਇੱਕ ਕਿਵਾਰ ਹਜੇ ਹੋਰ ਖੁੱਲ੍ਹਣਾ ਹੈ, ਪਰ ਉਹ ਸਾਡੀ ਮਰਜ਼ੀ ਨਾਲ ਨਹੀਂ, ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਖੁੱਲ੍ਹਣਾ ਹੈ। ਉਹ ਜਦੋਂ ਤੱਕ ਕਿਰਪਾ ਨਹੀਂ ਹੋਏਗੀ, ਬਖਸ਼ਿਸ਼ ਨਹੀਂ ਹੋਏਗੀ, ਉਨਾ ਚਿਰ ਉਹ ਕਿਵਾਰ ਨਹੀਂ ਖੁੱਲ੍ਹਣਾ। ਉਹਦੇ ਲਈ ਸਾਨੂੰ ਅਰਦਾਸ ਕਰਨੀ ਪੈਣੀ ਹੈ, ਉਹਦੇ ਲਈ ਸਾਨੂੰ ਬੇਨਤੀ ਅਰਜ਼ੋਈ ਕਰਨੀ ਪੈਣੀ ਆ। ਦਰ ਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ। ਉੱਥੇ ਸਾਨੂੰ ਅਰਦਾਸ ਕਰਨੀ ਪਏਗੀ, ਤੇ ਜੇ ਸਾਡੀ ਅਰਦਾਸ ਪ੍ਰਵਾਨ ਹੈ ਤੇ ਫਿਰ ਇਹ ਕਿਵਾਰ ਜਿਹੜਾ ਇਹ ਖੁੱਲ੍ਹਣਾ ਹੈ। ਇਸੇ ਤਰ੍ਹਾਂ ਇਹ ਕਪਾਟ ਹੈ ਜਿਹੜਾ ਸਾਡੇ ਅੰਦਰ, ਇਹ ਤਾਂ ਕਹਿੰਦੇ ਨੇ ਖੁੱਲ੍ਹਣਾ ਹੈ ਜੇ ਗੁਰੂ ਸਾਹਿਬ ਜੀ ਕਿਰਪਾ ਕਰਨਗੇ, ਜੇ ਮਨ ਜਿਹੜਾ ਹੈ ਇਹ ਮਨ ਸ਼ਬਦ ਸੁਣ ਲਏਗਾ। ਸਾਧ ਸੰਗਤ ਗੁਰ ਸ਼ਬਦ ਸੁਣ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੀ ਸੰਗਤ ਵਿੱਚ ਸ਼ਬਦ ਸੁਣ ਕੇ ਤਨ ਅੰਦਰ ਮਨ ਥਿਰ ਨਾ ਰਹੰਦਾ। ਤਨ ਦੇ ਅੰਦਰ ਜਿਹੜਾ ਮਨ ਹੈ ਉਹ ਥਿਰ ਤਾਂ ਹੋਇਆ ਹੀ ਨਹੀਂ, ਉਹ ਤੇ ਭੱਜਿਆ ਫਿਰਦਾ ਹੈ, ਚੰਚਲ ਹੈ ਨਾ, ਉਹ ਹੋਰ ਰਾਹਾਂ ਤੇ ਭੱਜਿਆ ਫਿਰਦਾ ਹੈ। ਕਿਉਂਕਿ ਜਿਸ ਰਾਹ ਤੇ ਤੁਰਨਾ ਹੈ ਉਹ ਰਾਹ ਦਾ ਹਜੇ ਉਹ ਕਿਵਾਰ ਖੁੱਲਿਆ ਹੀ ਨਹੀਂ, ਇਸ ਲਈ ਹੋਰ ਥਾਵਾਂ ਤੇ ਇਹ ਭੱਜਿਆ ਫਿਰਦਾ ਹੈ। ਇਸ ਲਈ ਬਜਰ ਕਪਾਟ ਖੁੱਲੇ ਨਾ ਜਾਂਦਾ। ਕਹਿੰਦੇ ਨੇ ਆ ਜਿਹੜਾ ਬਜਰ ਕਪਾਟ ਹੈ, ਇਹ ਜਿਹੜਾ ਦਰਵਾਜ਼ਾ ਬੜਾ ਔਖਾ ਖੁੱਲਣ ਵਾਲਾ ਹੈ, ਇਹਦਾ ਜੰਦਾ ਆਪਣੇ ਆਪ ਨਹੀਂ ਖੁੱਲਣਾ। ਅਗਿਆਨਤਾ ਦਾ ਨਾਸ਼ ਆਪਣੇ ਆਪ ਨਹੀਂ ਹੋਣਾ, ਤੇ ਗਿਆਨ ਦਾ ਪ੍ਰਕਾਸ਼ ਆਪਣੇ ਆਪ ਨਹੀਂ ਹੋਣਾ। ਉਹਦੇ ਲਈ ਅਰਜ਼ੋਈ ਕਰਨੀ ਪੈਣੀ ਹੈ, ਸਤਿਗੁਰੂ ਨੂੰ ਮਿਲਣਾ ਪੈਣਾ ਹੈ।
ਸਤਿਗੁਰੂ ਦਾ ਮਿਲਾਪ ਹੋਏਗਾ, ਫਿਰ ਜਾ ਕੇ ਇਹ ਕਪਾਟ ਖੁੱਲ੍ਹਣਾ ਹੈ ਤੇ ਫਿਰ ਅਗਲੀ ਖੇਡ ਤਾਂ ਸਮਝ ਵਿੱਚ ਆਉਣੀ ਹੈ। ਹਜੇ ਤਾਂ ਉਰਾ ਰਹੀ ਹਾਂ ਆਪਾਂ। ਹੁਣ ਇੱਕ ਦਰਵਾਜ਼ਾ ਬੰਦ ਹੈ, ਉਸ ਦਰਵਾਜ਼ੇ ਦੇ ਉਰੇ ਤਾਂ ਸਾਨੂੰ ਸਭ ਕੁਝ ਦਿਸਦਾ ਹੈ, ਪਰ ਦਰਵਾਜ਼ਾ ਬੰਦ ਹੈ, ਪਰੇ ਕੀ ਹੈ ਸਾਨੂੰ ਪਤਾ ਹੀ ਨਹੀਂ। ਹੁਣ ਉਹ ਪਰਲੇ ਪਾਸੇ ਕੀ ਹੈ ਉਹ ਤਾਂ ਪਤਾ ਲੱਗੇਗਾ ਜਦੋਂ ਇਹ ਦਰਵਾਜ਼ਾ ਖੁੱਲੇਗਾ। ਇਸ ਲਈ ਉਰਾਰ ਦਾ ਤੇ ਸਾਨੂੰ ਪਤਾ ਹੈ, ਸਰੀਰਕ ਖੇਡ ਤਾਂ ਸਾਨੂੰ ਸਮਝ ਆ ਗਈ, ਪਰ ਇਸ ਤੋਂ ਅਗਾਂਹ ਕੀ ਹੈ ਉਹ ਸਾਨੂੰ ਪਤਾ ਹੀ ਨਹੀਂ। ਇਸ ਲਈ ਮਹਾਰਾਜ ਜੀ ਨੇ ਆਖਿਆ, ਕਹਿੰਦੇ ਨਾਨਕ ਇਹਦੇ ਅਰਥ ਪਹਿਲਾਂ ਕਰਨੇ ਪੈਣਗੇ, ਫਿਰ ਪਹਿਲੀ ਪੰਕਤੀ ਦੇ ਅਰਥ ਜਿਹੜੇ ਆ ਉਹ ਤਾਂ ਹੋਣੇ ਆ। ਸਭ ਜੀ ਕਹਿੰਦੇ ਨੇ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਸੱਚੇ ਗੁਰੂ ਦਾ ਮਿਲਾਪ ਹਾਸਲ ਕੀਤਾ, ਸੱਚੇ ਗੁਰੂ ਨੂੰ ਮਿਲਦਿਆਂ ਖੁੱਲੜੇ ਕਪਾਟ, ਅੰਦਰ ਦੇ ਕਪਾਟ ਖੁੱਲ ਗਏ। ਤੇ ਜਦੋਂ ਹੀ ਅੰਦਰ ਦੇ ਕਪਾਟ ਖੁੱਲੇ, ਸੁਹੰਦੜੋ ਹਬ ਠਾਏ ਕੋਏ ਨਾ ਦਿਸੈ ਡੂਜੜੋ। ਫਿਰ ਉਹ ਹਰ ਥਾਂ ਉਤੇ ਜਿਹੜਾ ਸੀ ਅਤੀ ਸੁੰਦਰ ਦਿਸਣ ਲੱਗ ਪਿਆ। ਇਹ ਉਹ ਤਾਂ ਹੱਬ ਠਾਏ, ਹੱਬ ਦਾ ਅਰਥ ਹੁੰਦਾ ਸਭ ਥਾਂ ਤੇ। ਇੱਥੇ ਜਿਹੜੀ ਦੱਖਣਾ ਦੇ ਰੂਪ ਦੇ ਵਿੱਚ ਜੋ ਵਰਤੋਂ ਕੀਤੀ ਗਈ ਹੈ ਹੱਬ, ਪਰ ਆਪਾਂ ਕਹਿੰਦੇ ਹਾਂ ਸਭ, ਵੀ ਸਭ ਥਾਵਾਂ ਉੱਤੇ ਕੋਈ ਐਸੀ ਥਾਂ ਨਹੀਂ ਜਿੱਥੇ ਉਹ ਨਹੀਂ ਸ਼ੋਭ ਰਿਹਾ, ਕੋਈ ਐਸੀ ਥਾਂ ਨਹੀਂ ਜਿੱਥੇ ਉਹ ਨਹੀਂ ਵਸ ਰਿਹਾ। ਹਰ ਥਾਂ ਉੱਤੇ ਉਹ ਵਸਦਾ ਹੈ ਜਦੋਂ ਅੰਦਰ ਦਾ ਦਰਵਾਜ਼ਾ ਸਤਿਗੁਰੂ ਨੂੰ ਮਿਲ ਕੇ ਖੁੱਲਿਆ। ਤੇ ਜਦੋਂ ਉਹ ਹਰ ਥਾਂ ਉੱਤੇ ਦਿਸ ਪਿਆ, ਸੋ ਹੰਦੜੋ, ਉਹ ਹਰ ਥਾਂ ਦੇ ਉੱਤੇ ਕਹਿੰਦੇ ਨੇ ਸਭ ਥਾਈਂ ਸ਼ੋਭ ਰਿਹਾ, ਸਭ ਥਾਈਂ ਵਰਤ ਰਿਹਾ ਹੈ। ਫਿਰ ਅਸੀਂ ਕਹਿ ਸਕਦੇ ਹਾਂ ਵੀ ਹਾਂ ਇਹਦੇ ਤੋਂ ਬਿਨਾਂ ਕੋਈ ਦੂਜਾ ਹੋਰ ਹੈ ਹੀ ਨਹੀਂ। ਫਿਰ ਜਿਸ ਦਿਨ ਇੱਕ ਅੰਦਰ ਦਾ ਕਪਾਟ ਖੁੱਲਿਆ ਨਾ, ਹਰ ਇੱਕ ਦਾ ਕਪਾਟ ਖੁੱਲ ਗਿਆ, ਤੇ ਸੱਚ ਜਾਣਨਾ ਆ ਜਿੰਨੇ ਬਾਹਰ ਰੱਬ ਦੇ ਨਾਮ ਤੇ ਗੱਦੀਆਂ ਲਾ ਕੇ ਬੈਠੇ ਨੇ, ਸਭ ਆਪਣੀ ਆਪਣੀ ਗੱਦੀਆਂ ਚੁੱਕ ਕੇ ਭੱਜ ਜਾਣਗੇ। ਕੋਈ ਨਜ਼ਰ ਹੀ ਕੋਈ ਨਹੀਂ ਆਏਗਾ, ਕਿਉਂਕਿ ਸਮਝ ਆ ਗਈ ਨਾ ਕਿ ਉਹਦੇ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ। ਜੇ ਉਹਦੇ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ, ਤੇ ਫਿਰ ਆ ਹਰ ਗਲੀ, ਹਰ ਮੁਹੱਲੇ, ਹਰ ਸ਼ਹਿਰ, ਹਰ ਪਿੰਡ ਦੇ ਵਿੱਚ ਜਿਹੜੇ ਰੱਬ ਬਣ ਕੇ ਬੈਠੇ ਨੇ, ਇਹ ਕਿੱਥੋਂ ਆ ਗਏ? ਜਦੋਂ ਸਾਨੂੰ ਇੱਕ ਦੀ ਸਮਝ ਆ ਗਈ ਹੈ, ਫਿਰ ਦੂਜੇ ਦਾ ਤੇ ਕੰਮ ਹੀ ਕੋਈ ਨਹੀਂ, ਦੂਜੇ ਵੱਲ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦੋਂ ਇਹ ਪਤਾ ਲੱਗ ਗਿਆ ਵੀ ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੂੰ ਹੀ ਕੁਦਰਤ ਦਾ ਕਰਤਾ ਹੈ। ਸਾਰੀ ਸ੍ਰਿਸ਼ਟੀ ਨੂੰ ਉਤਪਤ ਕਰਨ ਵਾਲਾ ਤੂੰ ਇੱਕ ਆਪ ਹੀ ਅਕਾਲ ਪੁਰਖ ਹੈ। ਇੱਕ ਦੇ ਹੁਕਮ ਦੇ ਵਿੱਚ ਹੀ ਪੂਰੇ ਦਾ ਪੂਰਾ ਬ੍ਰਹਿਮੰਡ ਬਣਿਆ, ਔਰ ਇਸ ਬ੍ਰਹਿਮੰਡ ਦੀ ਰਚਨਾ ਹੋਈ ਹੈ। ਇਹ ਤਾਂ ਪਤਾ ਲੱਗਣਾ ਸਤਿਗੁਰੂ ਨੂੰ ਮਿਲ ਕੇ। ਹੁਣ ਸਵਾਲ ਇਹ ਹੈ ਕਿ ਸਤਿਗੁਰੂ ਕੋਲ ਆ ਤੇ ਅਸੀਂ ਰੋਜ਼ ਰਹੇ ਹਾਂ, ਰੋਜ਼ ਸਤਿਗੁਰੂ ਜੀ ਕੋਲ ਆਉਣਾ ਹੋ ਰਿਹਾ ਹੈ, ਪਰ ਮਾਫ ਕਰਨਾ ਮੇਲ ਨਹੀਂ ਹੋ ਰਿਹਾ। ਆਉਣਾ ਤੇ ਹੋ ਰਿਹਾ, ਕਿਉਂਕਿ ਜਿਸ ਦਿਨ ਮੇਲ ਹੋ ਜਾਏਗਾ ਉਸ ਦਿਨ ਤੇ ਕਪਾਟ ਖੁੱਲ ਜਾਣੇ ਆ, ਉਸ ਦਿਨ ਤੇ ਅੰਦਰੋਂ ਦੁਬਿਧਾ ਖਤਮ ਹੋ ਜਾਏਗੀ, ਉਸ ਦਿਨ ਤੇ ਅੰਦਰੋਂ ਕੋਈ ਭਰਮ ਅੰਦਰ ਰਹਿ ਹੀ ਨਹੀਂ ਜਾਏਗਾ। ਤੇ ਜੇ ਭਰਮ ਨਹੀਂ ਰਹੇਗਾ, ਭਟਕਣਾ ਨਹੀਂ ਹੋਏਗੀ, ਇਹਦਾ ਮਤਲਬ ਆ ਜ਼ਰੂਰ ਰਹੇ ਹਾਂ ਪਰ ਮਿਲ ਨਹੀਂ ਰਹੇ ਹਾਂ ਸਤਿਗੁਰੂ ਨੂੰ। ਸਤਿਗੁਰੂ ਦੇ ਨਾਲ ਸਾਡਾ ਮੇਲ ਨਹੀਂ ਹੋ ਪਾ ਰਿਹਾ। ਕਿਉਂ? ਉਹਦੀ ਵਜ੍ਹਾ, ਉਹਦਾ ਕਾਰਨ ਹੈ ਵੀ ਸਰੀਰ ਆ ਰਿਹਾ ਹੈ, ਮਨ ਨਹੀਂ ਆ ਰਿਹਾ। ਤੇ ਸਤਿਗੁਰੂ ਨੂੰ ਮਿਲਣਾ ਕਿਹਨੇ ਹੈ? ਮਨ ਨੇ। ਗੁਰਬਾਣੀ ਨੂੰ ਸੁਣਨਾ ਕਿਹਨੇ ਹੈ? ਮਨ ਨੇ। ਹੁਣ ਸਤਿਗੁਰੂ ਨਾਲ ਮੇਲ ਕਿੱਦਾਂ ਹੋਣਾ ਹੈ? ਸ਼ਬਦ ਨਾਲ ਹੀ ਹੋਣਾ ਹੈ, ਤੇ ਸ਼ਬਦ ਨਾਲ ਮੇਲ ਮਨ ਦਾ ਹੋਣਾ ਹੈ। ਅਸੀਂ ਤਨ ਕਰਕੇ ਆ ਰਹੇ ਹਾਂ, ਪਰ ਜੇ ਮਨ ਨਹੀਂ ਆ ਰਿਹਾ ਤੇ ਮੇਲ ਨਹੀਂ ਹੋ ਰਿਹਾ। ਜਿਸ ਦਿਨ ਮਨ ਸ਼ਬਦ ਸੁਣ ਲਏਗਾ ਉਸ ਦਿਨ ਸਾਡਾ ਗੁਰੂ ਨਾਲ ਮੇਲ ਹੋ ਜਾਏਗਾ, ਉਸ ਦਿਨ ਗੁਰੂ ਸਾਹਿਬ ਨਾਲ ਆਮੋ ਸਾਹਮਣਾ ਹੋ ਜਾਏਗਾ। ਤੇ ਜਿਸ ਦਿਨ ਗੁਰੂ ਸਾਹਿਬ ਨਾਲ ਆਮੋ ਸਾਹਮਣਾ ਹੋ ਗਿਆ, ਫਿਰ ਅਗਿਆਨਤਾ ਦਾ ਹਨੇਰਾ ਰਹੇਗਾ ਹੀ ਨਹੀਂ।
ਫਿਰ ਅੰਦਰ ਦੇ ਕਪਾਟ ਹੀ ਖੁੱਲ ਜਾਣੇ ਆ। ਇਸ ਲਈ ਜਿਹੜਾ ਅੰਦਰ ਦਰਵਾਜ਼ਾ ਬੰਦ ਪਿਆ ਨਾ, ਉਹਨੂੰ ਜਿਹੜਾ ਤਾਲਾ ਵੱਜਿਆ ਹੋਇਆ ਉਹਦੀ ਚਾਬੀ ਹੋਈ ਗੁਰੂ ਸਾਹਿਬ ਕੋਲ ਆ। ਜੇ ਤਾਂ ਕਿਸੇ ਹੋਰ ਕੋਲ ਹੁੰਦੀ ਫਿਰ ਆਪਾਂ ਕਹਿੰਦੇ ਠੀਕ ਹੈ ਵੀ ਲੋੜ ਨਹੀਂ, ਇਹਦੇ ਕੋਲ ਨਹੀਂ ਤਾਂ ਉਹਦੇ ਕੋਲ ਸਹੀ। ਬੰਦਾ ਕਹਿੰਦਾ ਵੀ ਇੱਥੋਂ ਚਾਬੀ ਨਹੀਂ ਤਾਂ ਕਿਤੋਂ ਹੋਰ ਚਾਬੀ ਬਣਾ ਲਾਂਗਾ, ਚਾਬੀ ਦਾ ਕੀ ਹੈ। ਪਰ ਜਿਹੜਾ ਕਪਾਟ ਖੁੱਲਣਾ ਨਾ, ਇਹ ਗੁਰੂ ਤੋਂ ਬਿਨਾਂ ਇਹ ਚਾਬੀ ਕਿਸੇ ਨੂੰ ਦਿੱਤੀ ਨਹੀਂ ਮਾਲਕ ਨੇ। ਇਹ ਜ਼ਿੰਮੇਵਾਰੀ ਕਿਸੇ ਹੋਰ ਦੂਜੇ ਨੂੰ ਦਿੱਤੀ ਹੋਈ ਨਹੀਂ ਹੈ। ਇਹ ਤੇ ਉਹ ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਖਿਆ ਸੀ ਨਾ, ਬਾਬਾ ਵਸੇ ਗ੍ਰਾਮ ਬਕਾਲੇ, ਤੇ ਮੌਕਾ ਮਿਲ ਗਿਆ। ਬਾਬਾ ਸ਼ਬਦ ਸੁਣਦਿਆਂ ਹੀ ਜਿਹੜੇ ਬਾਕੀ ਸੀ ਧੀਰਮਲ ਵਰਗਿਆਂ ਨੂੰ ਮੌਕਾ ਮਿਲ ਗਿਆ। ਉਹਨਾਂ ਆਖਿਆ ਵੀ ਇੱਥੇ ਕਿਹੜਾ ਕਿਸੇ ਨੂੰ ਪਤਾ ਲੱਗਣ ਲੱਗਾ ਵੀ ਆਹ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗਿਆਨ ਦੀ ਚਾਬੀ ਕਿਹਨੂੰ ਦਿੱਤੀ ਹੈ, ਵੀ ਇਹ ਗਿਆਨ ਦੀ ਚਾਬੀ ਜਿਹੜੀ ਹੈ ਇਹ ਕਿਹਨੂੰ ਸੌਂਪੀ ਹੈ, ਭਾਵ ਗੁਰਬਾਣੀ ਦਾ ਖਜ਼ਾਨਾ ਕਿਹਨੂੰ ਸੌਂਪਿਆ, ਇਹ ਜ਼ਿੰਮੇਵਾਰੀ ਕਿਹਨੂੰ ਦਿੱਤੀ ਹੈ। ਜਦੋਂ ਇਹ ਪਤਾ ਲੱਗਾ ਵੀ ਕਿਸੇ ਨੂੰ ਕਿਹੜਾ ਪਤਾ ਲੱਗਣਾ, ਉਸੇ ਵੇਲੇ ਇੱਕ ਨਹੀਂ 22 ਮੰਜੀਆਂ ਲੱਗ ਗਈਆਂ। ਉਸ ਵੇਲੇ 22 ਸੀ, ਅੱਜ ਪਤਾ ਨਹੀਂ ਕਿੰਨੇ ਹਜ਼ਾਰਾਂ ਤੇ ਲੱਖਾਂ ਦੇ ਹਿਸਾਬ ਨਾਲ ਨੇ। ਕਿਉਂਕਿ ਅੱਜ ਵੀ ਜਿਨ੍ਹਾਂ ਨੂੰ ਤੇ ਜਿਨ੍ਹਾਂ ਦਾ ਰੋਜ਼ ਗੁਰਬਾਣੀ ਨਾਲ ਮਿਲਨ ਹੁੰਦਾ ਹੈ, ਮੇਲ ਹੁੰਦਾ ਹੈ, ਉਹ ਤੇ ਕਦੇ ਅਧੂਰਿਆਂ ਵਾਲੇ ਪਾਸੇ ਨਹੀਂ ਜਾਂਦੇ। ਉਹ ਕਦੇ ਉਹਨਾਂ ਦੀ ਸੁਰਤ ਅਧੂਰੇ ਵਾਲੇ ਪਾਸੇ ਨਹੀਂ ਜਾਂਦੀ। ਉਹਨਾਂ ਨੂੰ ਸਮਝ ਆ ਗਈ ਹੈ। ਪਰ ਜਿਨ੍ਹਾਂ ਦਾ ਮੇਲ ਹਜੇ ਤੱਕ ਸ਼ਬਦ ਨਾਲ ਹੋਇਆ ਹੀ ਨਹੀਂ ਹੈ, ਉਹ ਸ਼ਬਦ ਵੀ ਸੁਣਦੇ ਆ ਤੇ ਅਧੂਰਿਆਂ ਕੋਲ ਵੀ ਜਾਂਦੇ ਆ। ਕਿਉਂਕਿ ਮੇਲ ਨਹੀਂ ਨਾ ਹੋਇਆ, ਹਜੇ ਮਿਲਣ ਨਹੀਂ ਹੋਇਆ। ਤੇ ਜਦੋਂ ਜਿਹੜਾ ਵੀ ਆਵੇ ਬਾਬੇ ਬਕਾਲੇ ਦੀ ਧਰਤੀ ਤੇ ਜਿਹੜਾ ਵੀ ਆਉਂਦਾ ਸੀ, ਉਹ ਬਾਹਰ ਜਿੰਨੇ ਬੈਠੇ ਨੇ, ਕੋਈ ਕਿਸੇ ਨੂੰ ਮੱਥਾ ਟੇਕਦਾ ਹੈ, ਕੋਈ ਕਿਸੇ ਨੂੰ ਮੱਥਾ ਟੇਕਦਾ ਹੈ, ਕੋਈ ਕਿਸੇ ਅੱਗੇ ਸਿਰ ਝੁਕਾਈ ਜਾਂਦਾ ਹੈ, ਕੋਈ ਕਿਸੇ ਅੱਗੇ ਝੁਕਾਈ ਜਾਂਦਾ ਹੈ। ਪਰ ਜਿਹਨੂੰ ਸਮਝ ਸੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ, ਉਹਨੇ ਫਿਰ ਦੁਨੀਆ ਨੂੰ ਸਮਝਾਇਆ, ਲੋਕੋ ਕਿਹੜੇ ਗੁਰੂ ਦੇ ਚਰਨੀ ਲੱਗੀ ਜਾਂਦੇ ਹੋ, ਜਿਹੜੇ ਗੁਰੂ ਦੇ ਚਰਨੀ ਲੱਗਦੇ ਹੋ, ਇੱਥੇ ਕਪਾਟ ਕੋਈ ਨਹੀਂ ਜੇ ਖੁੱਲਣੇ। ਇਹ ਬਾਹਰ ਦੇ ਕਪਾਟ ਤਾਂ ਖੋਲ ਦੇਣਗੇ, ਅੰਦਰ ਦੇ ਕੋਈ ਨਹੀਂ ਖੁੱਲਣੇ। ਉਹ ਖੁੱਲਣੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆ ਕੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ। ਕਿਉਂਕਿ ਉਹ ਗਿਆਨ ਵਾਲੀ ਕੁੰਜੀ ਤਾਂ ਸਤਿਗੁਰੂ ਨੂੰ ਦਿੱਤੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਇਹ ਨਾਮ ਦਾ ਖਜ਼ਾਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਖਸ਼ਿਆ। ਇਸ ਲਈ ਗੁਰੂ ਸਾਹਿਬ ਨੇ ਆਖਿਆ, ਸਭ ਤੋਂ ਪਹਿਲਾਂ ਤੇ ਸਤਿਗੁਰ ਭੇਟ ਤੇ, ਜਿਨ੍ਹਾਂ ਨੇ ਸਤਿਗੁਰੂ ਨੂੰ ਮਿਲਣਾ ਕੀਤਾ। ਭੇਟ ਤੇ ਦਾ ਅਰਥ ਹੈ ਮਿਲਦਿਆਂ, ਸਤਿਗੁਰੂ ਨੂੰ ਮਿਲਦਿਆਂ ਹੀ ਖੁੱਲੜੇ ਕਪਾਟ, ਕਪਾਟ ਖੁੱਲ ਗਏ। ਮਨ ਕਰਕੇ ਜਿਹੜੇ ਸਤਿਗੁਰੂ ਨੂੰ, ਕਾਰਜ ਵੀ ਅਸਲ ਵਿੱਚ ਰਾਸ ਉਹਨਾਂ ਦਾ ਹੀ ਹੋਇਆ ਜਿਨ੍ਹਾਂ ਨੂੰ ਪੂਰੇ ਗੁਰੂ ਦਾ ਮਿਲਾਪ ਹੋਇਆ। ਸਾਹਿਬ ਜੀ ਕਹਿੰਦੇ ਨੇ ਫਿਰ ਉਹਨਾਂ ਨੂੰ ਸਮਝ ਆ ਗਈ ਕਿ ਉਹ ਹਰ ਥਾਂ ਉੱਤੇ ਕੋਈ ਐਸੀ ਥਾਂ ਨਹੀਂ ਜਿੱਥੇ ਉਹ ਸ਼ੋਭ ਨਹੀਂ ਰਿਹਾ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਵਰਤ ਨਹੀਂ ਰਿਹਾ, ਤੇ ਉਹਦੇ ਤੋਂ ਬਿਨਾਂ ਦੂਜਾ ਹੋਰ ਹੈ ਹੀ ਕੋਈ ਨਹੀਂ ਹੈ। ਤੇ ਗੁਰੂ ਸਾਹਿਬ ਮਹਾਰਾਜ ਨੂੰ ਜਦੋਂ ਮਿਲੇ ਤੇ ਗੁਰੂ ਸਾਹਿਬ ਕਹਿੰਦੇ, ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਜਿਨ੍ਹਾਂ ਨੇ ਮਿਲਣਾ ਕੀਤਾ, ਸਤਿਗੁਰੂ ਨੇ ਆਖਿਆ ਵੀ ਤੂੰ ਕਿਸੇ ਹੋਰ ਦੂਜੇ ਪਾਸੇ ਹੁਣ ਨਾ ਜਾਈ। ਕਿਉਂ? ਕਿਉਂਕਿ ਮੜੀਆਂ ਤੇ ਮਸਾਣਾਂ ਦੇ ਵਿੱਚ ਉੱਥੇ ਜਾ ਕੇ ਤੈਨੂੰ ਇਹ ਅੰਦਰ ਦਾ ਕਪਾਟ ਨਹੀਂ ਤੇਰਾ ਖੁੱਲਣਾ, ਉੱਥੇ ਹੋਰ ਉਲਝ ਜਾਏਗਾ, ਹੋਰ ਪਰੇਸ਼ਾਨੀਆਂ ਨੇ ਤੈਨੂੰ ਘੇਰ ਲੈਣਾ ਹੈ। ਅਸੀਂ ਜਿੰਨਾ ਬਾਹਰ ਖੋਜਣ ਦੀ ਕੋਸ਼ਿਸ਼ ਕਰਦੇ ਹਾਂ, ਅੱਖਾਂ ਦੇ ਕਪਾਟ ਖੋਲ ਕੇ ਉਨਾ ਹੀ ਹੋਰ ਪਰੇਸ਼ਾਨੀਆਂ ਵਿੱਚ ਉਲਝਦੇ ਜਾਂਦੇ ਆ। ਪਰ ਜਿਸ ਦਿਨ ਮਨ ਦੀ ਅੱਖ ਖੋਲ ਕੇ ਗੁਰੂ ਦੇ ਗਿਆਨ ਰਾਹੀਂ ਵੇਖਾਂਗੇ, ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਜਿੰਨੀਆਂ ਵੀ ਉਲਝਣਾਂ ਨੇ ਸਾਰੀਆਂ ਹੀ ਸੁਲਝ ਜਾਣਗੀਆਂ। ਇਸ ਲਈ ਸਾਹਿਬ ਨੇ ਆਖਿਆ, ਸਤਿਗੁਰੂ ਨੂੰ ਮਿਲਦਿਆਂ ਅੰਦਰ ਦਾ ਕਪਾਟ ਖੁੱਲਦਾ ਹੈ, ਔਰ ਜਦੋਂ ਖੁੱਲਦਾ ਹੈ ਤੇ ਉਹ ਹਰ ਥਾਂ ਉੱਤੇ ਸ਼ੋਭਦਾ ਹੋਇਆ ਨਜ਼ਰ ਆਉਂਦਾ ਹੈ। ਫਿਰ ਕਹਿ ਸਕਦੇ ਹਾਂ ਕਿ ਕੋਏ ਨਾ ਦੀਸੈ ਦੂਜੜੋ, ਵੀ ਹੇ ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾਂ ਦੂਜਾ
ਕੋਈ ਵੀ ਨਹੀਂ ਦਿਸਦਾ। ਭਾਵੇਂ ਮੈਂ ਪੂਰਬ ਵੱਲ ਨੂੰ ਮੁੱਖ ਕਰਾਂ, ਭਾਵੇਂ ਉੱਤਰ ਵੱਲ, ਪੱਛਮ ਵੱਲ, ਦੱਖਣ ਵੱਲ, ਭਾਵੇਂ 10 ਦਿਸ਼ਾਵਾਂ ਵੱਲ ਵੀ ਮੁੱਖ ਕਰ ਲਵਾਂ, ਹਕੀਕਤ ਇਹ ਹੈ ਵੀ ਕੋਏ ਨਾ ਦੀਸੈ ਦੂਜੜੋ, ਤੇਰੇ ਤੋਂ ਬਿਨਾ ਹੋਰ ਕੋਈ ਦੂਜਾ ਵੀ ਜਿਹੜਾ ਉਹ ਦਿਸਦਾ ਨਹੀਂ ਹੈ। ਸ਼ੰਤ ਤੇਰੇ ਬਚਨ ਅਨੂਪ ਅਪਾਰ, ਸੰਤਨ ਆਧਾਰ ਬਾਣੀ ਵਿਚਾਰੀਐ ਜਿਉ, ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ, ਕਿਉ ਮਨਹੁ ਵਿਸਾਰੀਐ ਜਿਉ। ਸਤਿਗੁਰੂ ਜੀ ਨੇ ਜਿਨ੍ਹਾਂ ਦੇ ਉੱਪਰ ਕਿਰਪਾ ਕਰ ਦਿੱਤੀ। ਹੁਣ ਗੁਰੂ ਸਾਹਿਬ ਮਹਾਰਾਜ ਨੇ ਵੀ ਇੱਕ ਗੱਲ ਆਖੀ ਸੀ ਵੀ ਜੇ ਤੂੰ ਆਪਣੇ ਕਪਾਟ ਖੋਲ੍ਹਣਾ ਚਾਹੁੰਦਾ ਹੈ ਤੇ ਜਿਸ ਤਲ ਉਤੇ ਇਹ ਦਰਵਾਜ਼ਾ ਖੁੱਲ੍ਹਣਾ ਤੂੰ ਉਹ ਸਮਰਪਣ ਕਰ ਅੱਗੇ। ਫਿਰ ਬੇਨਤੀ ਕਰਾਂ, ਜਿਹੜੇ ਸਰੀਰ ਦੇ ਦਰਵਾਜ਼ੇ ਨੇ ਉਹ ਤਾਂ ਖੁੱਲ੍ਹੇ ਹੀ ਨੇ, 9 ਦੁਆਰੇ ਪ੍ਰਗਟ ਕੀਏ ਉਹ ਤਾਂ ਪ੍ਰਗਟ ਹੀ ਨੇ, ਉਹ ਪ੍ਰਗਟ ਵੀ ਨੇ, ਖੁੱਲ੍ਹੇ ਵੀ ਨੇ। ਪਰ ਜਿਹੜਾ 10ਵਾਂ ਇੱਕ ਦਰਵਾਜ਼ਾ ਹੈ ਉਹ ਗੁਪਤ ਹੈ, ਉਹ ਸਾਨੂੰ ਪਤਾ ਵੀ ਨਹੀਂ ਕਿੱਥੇ ਹੈ ਤੇ ਖੁੱਲ੍ਹਣਾ ਕਿਵੇਂ ਹੈ। ਇਹੀ ਕਾਰਨ ਹੈ ਕਿ ਅੱਜ ਦੁਨੀਆ ਵਿੱਚ ਹਰ ਕੋਈ ਕਹਿੰਦਾ ਜੀ ਆਓ ਅਸੀਂ ਤੁਹਾਨੂੰ 10ਵਾਂ ਦਰਵਾਜ਼ਾ ਦਿਖਾਉਂਦੇ ਹਾਂ। ਕੋਈ ਕਿਸ ਤਰ੍ਹਾਂ ਦਿਖਾਉਣਾ ਚਾਹੁੰਦਾ ਹੈ, ਜਿਵੇਂ ਅੱਗੇ ਵੀ ਜ਼ਿਕਰ ਕੀਤਾ, ਕੋਈ ਲਾਈਟ ਜਗਾ ਕੇ 10ਵਾਂ ਦੁਆਰ ਦਿਖਾਉਂਦਾ, ਕੋਈ ਲਾਈਟਾਂ ਬੁਝਾ ਕੇ, ਕੋਈ ਕਹਿੰਦਾ ਲਾਈਟਾਂ ਬੰਦ ਕਰਕੇ ਤੇ ਅੱਖਾਂ ਮੀਟ ਕੇ ਬੈਠ ਜਾਓ ਤੁਹਾਨੂੰ 10ਵਾਂ ਦੁਆਰ ਦਿਖਾਉਂਦੇ ਆ। ਕੋਈ ਕਿਸੇ ਤਰੀਕੇ, ਕੋਈ ਕਿਸੇ ਤਰੀਕੇ। ਪਰ ਸਾਹਿਬ ਜੀ ਨੇ ਆਖਿਆ ਨਹੀਂ, ਤਨ ਕਰਕੇ ਤਾਂ ਤੇਰਾ ਕਪਾਟ ਖੁੱਲਣਾ ਹੀ ਨਹੀਂ ਹੈ, ਉਹ ਤਾਂ ਖੁੱਲ੍ਹੇ ਹੀ ਨੇ। ਉਹ 9 ਦਰਵਾਜ਼ੇ ਤੇ ਪਹਿਲਾਂ ਹੀ ਖੁੱਲ੍ਹੇ ਨੇ। ਜਦੋਂ ਤੇਰਾ ਜਨਮ ਹੋਇਆ ਉਦੋਂ ਤੇਰੀਆਂ ਅੱਖਾਂ ਵੀ ਖੁੱਲ੍ਹ ਗਈਆਂ, ਕੰਨ ਵੀ ਖੁੱਲ੍ਹ ਗਏ, ਨਾਸਕਾ, ਇਹ ਸਾਰੇ ਹੀ ਦਰਵਾਜ਼ੇ ਖੁੱਲ੍ਹ ਗਏ। ਬਸ ਅੰਦਰ ਦਾ ਕਪਾਟ ਖੋਲ੍ਹਣਾ, ਉਹ ਮਨ ਤੋਂ ਬਿਨਾਂ ਨਹੀਂ ਖੁੱਲ੍ਹਣਾ। ਤੇ ਮਨ ਹੀ ਗੁਰੂ ਸਾਹਿਬ ਜੀ ਨੂੰ ਸਮਰਪਣ ਕਰਨ ਦੀ ਗੱਲ ਆਖੀ ਹੈ। ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੈ ਕਾਰਜ ਰਾਸ, ਸੇਵਾ ਕਰਤ ਹੋਏ ਨੈ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਪਰ ਇਹ ਕਪਾਟ ਉਦੋਂ ਖੁੱਲ੍ਹਣਾ ਜਦੋਂ ਤੂੰ ਸ਼ਬਦ ਨੂੰ ਸੁਣ ਕੇ ਆਪਣਾ ਆਪਾ ਖਤਮ ਕਰ ਦੇਵੇਂ, ਆਪਣਾ ਆਪਾ ਮਾਰ ਦੇਵੇਂਗਾ, ਉਦੋਂ ਇਹ ਕਪਾਟ ਖੁੱਲ੍ਹਣਾ ਹੈ। ਇਹ ਹੰਕਾਰ ਦੇ ਵਿੱਚ ਨਹੀਂ, ਇਹ ਪਿਆਰ ਤੇ ਨਿਮਰਤਾ ਵਿੱਚ ਆ ਕੇ ਗੁਰੂ, ਕਿਉਂਕਿ ਗੁਰੂ ਸਾਹਿਬ ਦਾ ਮਿਲਣ ਹੋਣਾ ਹੀ ਨਿਮਰਤਾ ਵਿੱਚ ਹੈ। ਗੁਰੂ ਸਾਹਿਬ ਜੀ ਦਾ ਮਿਲਾਪ ਜਿਹੜਾ ਉਹ ਪਿਆਰ ਨਿਮਰਤਾ ਵਿੱਚ ਹੈ। ਗੁਰੂ ਸਾਹਿਬ ਦਾ ਮਿਲਾਪ ਹੰਕਾਰ ਦੇ ਵਿੱਚ ਨਹੀਂ ਹੈ। ਇਸ ਲਈ ਸਾਹਿਬ ਜੀ ਨੇ ਆਖਿਆ ਕਿ ਜਿਨ੍ਹਾਂ ਨੂੰ ਫਿਰ ਇਹ ਗੱਲ ਸਮਝ ਆਈ, ਉਹਨਾਂ ਆਖਿਆ ਤੇਰੇ ਬਚਨ ਅਨੂਪ ਅਪਾਰ। ਅਪਾਰ ਦਾ ਅਰਥ ਹੁੰਦਾ ਬੇਅੰਤ, ਅਨੂਪ ਦਾ ਅਰਥ ਹੁੰਦਾ ਜਿਹਦੀ ਉਪਮਾ ਨਾ ਕੀਤੀ ਜਾ ਸਕੇ। ਵੀ ਅਸੀਂ ਜਿੰਨੀ ਉਹਦੀ ਉਪਮਾ ਕਰ ਲਈਏ ਉਨੀਓ ਹੀ ਥੋੜੀ ਹੈ, ਜਿੰਨੇ ਉਹਦੇ ਗੁਣ ਗਾ ਲਈਏ ਉਨੇ ਹੀ ਥੋੜੇ ਨੇ। ਅਪਾਰ ਨੇ ਉਹਦੇ ਗੁਣ, ਅਪਾਰ ਬੇਅੰਤ ਨੇ, ਉਹਦੇ ਗੁਣਾਂ ਦਾ ਅੰਤ ਹੀ ਕੋਈ ਨਹੀਂ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਹੁਣ ਜਿੰਨਾ ਚਿਰ ਕਪਾਟ ਨਹੀਂ ਸੀ ਖੁੱਲਿਆ ਅੰਦਰ ਦਾ, ਉਦੋਂ ਤੇ 2 ਗੁਣ ਗਾਉਂਦਿਆਂ ਵੀ ਬੰਦਾ ਥੱਕ ਜਾਂਦਾ ਸੀ, 2 ਗੁਣ ਗਾਉਂਦਿਆਂ ਵੀ ਬੰਦਾ ਅੱਕ ਜਾਂਦਾ ਸੀ। ਤੇ ਹੁਣ ਜਿੱਦਣ ਦਾ ਕਪਾਟ ਅੰਦਰ ਦਾ ਖੁੱਲ ਗਿਆ, ਹੁਣ ਤੇ ਬਸ ਇਹੀ ਹੈ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਾਕੋ। ਤੂੰ ਠਾਕੁਰ ਊਚ ਭਗਵਾਨਾ। ਤੇ ਮੈਂ ਤੇਰੀ ਉਪਮਾ ਕਰਾਂ ਵੀ ਤੇ ਕਿਵੇਂ ਕਰਾਂ, ਕਿਉਂਕਿ ਉਹ ਅਤ ਸੁੰਦਰ ਹੈ। ਸੁਹੰਦੜੋ ਇੰਨਾ ਕੁ ਸ਼ੋਭਨੀਕ ਹੈ ਕਿ ਜਿਹਦੀ ਉਪਮਾ ਉਹਦੇ ਗੁਣ ਗਾ ਕੇ ਕੀਤੀ ਹੋਈ ਨਹੀਂ ਜਾ ਸਕਦੀ। ਇਸ ਲਈ ਸਭ ਕਹਿੰਦੇ ਜਿਹੜੇ ਤੇਰੇ ਬਚਨ ਨੇ, ਭਾਵ ਜਿਹੜੇ ਤੇਰੇ ਗੁਣ ਨੇ, ਉਹ ਅਨੂਪ ਨੇ, ਉਪਮਾ ਤੋਂ ਰਹਿਤ, ਅਪਾਰ ਬੇਅੰਤ ਨੇ, ਸੰਤਨ ਆਧਾਰ। ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ, ਗੁਰਮੁਖ ਜਨ ਨੇ, ਸੇਵਕ ਜਨ ਨੇ, ਇਹ ਉਹਨਾਂ ਦਾ ਆਸਰਾ ਹੈ। ਹੁਣ ਜਿਹੜੇ ਬਚਨ ਨੇ ਗੁਰਬਾਣੀ ਦੇ ਵਿੱਚੋਂ ਹੀ ਸਾਨੂੰ ਮਿਲਿਆ। ਗੁਰੂ ਦਾ ਬਚਨ ਵੀ ਇਹੀ ਹੈ ਤੇ ਨਿਰੰਕਾਰ ਦਾ ਬਚਨ ਵੀ ਇਹੀ ਹੈ।
ਧੁਰ ਕੀ ਬਾਣੀ ਵੀ ਇਹੀ ਹੈ ਤੇ ਗੁਰਬਾਣੀ ਵੀ ਇਹੀ ਹੈ। ਗੁਰਬਾਣੀ ਜਿਹੜੀ ਗੁਰੂ ਦੇ ਰਾਹੀਂ ਮਿਲੀ ਹੈ ਉਹ ਬਾਣੀ ਵੀ ਇਹੀ ਹੈ ਤੇ ਧੁਰ ਕੀ ਬਾਣੀ ਆਈ ਵੀ ਇਹੀ ਹੈ। ਇਸ ਲਈ ਧੁਰੋਂ ਜਦੋਂ ਆਉਂਦੀ ਹੈ ਇਹ ਬਾਣੀ ਹੈ ਤੇ ਜਿਹਦੇ ਰਾਹੀਂ ਮਿਲਦੀ ਹੈ ਉਹ ਗੁਰਬਾਣੀ ਹੈ। ਗੁਰਬਾਣੀ ਤੇ ਬਾਣੀ ਵਿੱਚ ਕੋਈ ਅੰਤਰ ਨਹੀਂ। ਤੇ ਸਭ ਕਹਿੰਦੇ ਨੇ ਗੁਰੂ ਦਾ ਬਚਨ ਜਿਹੜਾ ਹੈ ਉਹ ਐਸਾ ਹੈ ਕਿ ਜਿਹੜਾ ਤੇਰੇ ਨਾਲ, ਤੇਰੇ ਮਨ ਅੰਦਰ ਜਦੋਂ ਇਹ ਵਸ ਗਿਆ ਤੇ ਕੋਈ ਤੈਨੂੰ ਗੁਰੂ ਦੇ ਬਚਨਾਂ ਤੋਂ ਅਲੱਗ ਨਹੀਂ ਕਰ ਸਕਦਾ, ਕੋਈ ਤੈਨੂੰ ਗੁਰੂ ਦੇ ਬਚਨਾਂ ਤੋਂ ਦੂਰ ਨਹੀਂ ਕਰ ਸਕਦਾ। ਇਹ ਤੇਰਾ ਆਸਰਾ ਔੜਕ ਤੱਕ ਬਣਿਆ ਰਹੇਗਾ। ਗੁਰ ਕਾ ਬਚਨ ਬਸੈ ਜੀ ਨਾਲੇ, ਪਰ ਇਹ ਜੀ ਦੇ ਨਾਲ ਵਸਣਾ ਚਾਹੀਦਾ। ਹਜੇ ਤੇ ਜਿਨ੍ਹਾਂ ਦੀ ਅਵਸਥਾ ਐਸੀ ਹੋ ਗਈ ਮੁਬਾਰਕ ਹੈ, ਪਰ ਬਹੁਤਾਤ ਵਿੱਚ ਤੇ ਹਜੇ ਸ਼ਬਦ ਕੰਨਾਂ ਤੋਂ ਅੰਦਰ ਉਤਰ ਹੀ ਨਹੀਂ ਰਿਹਾ। ਹਜੇ ਇਹ ਸ਼ਬਦ ਜਿਹੜਾ ਇਸ ਜੀਭਾ ਤੋਂ ਅੰਦਰ ਜਾ ਹੀ ਨਹੀਂ ਰਿਹਾ। ਹਜੇ ਸ਼ਬਦ ਅੱਖਾਂ ਦੇ ਰਾਹੀਂ ਅੰਦਰ ਜਾ ਹੀ ਨਹੀਂ ਰਿਹਾ। ਹਜੇ ਤੇ ਅੱਖਾਂ ਤੇ ਹੀ ਟਿਕਿਆ ਹੋਇਆ ਹੈ, ਅੱਖਰ ਰੂਪ ਵਿੱਚ ਹੀ ਟਿਕਿਆ ਹੋਇਆ ਨਾ। ਹਜੇ ਉਹਦੀ ਬਖਸ਼ਿਸ਼ ਦੇ ਰੂਪ ਵਿੱਚ ਅੰਦਰ ਇਹ ਬਾਣੀ ਦੀ ਖੇਡ ਬਣੀ ਨਹੀਂ। ਪਰ ਸਭ ਕਹਿੰਦੇ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸ਼ਕਰ ਨਹੀਂ ਲੇਵੈ, ਭਾਏ ਨਾ ਸਾਕੈ ਜਲ ਹੈ। ਇਹ ਉਹ ਬਚਨ ਹੈ ਜਿਹਨੂੰ ਅੱਗ ਸਾੜ ਨਹੀਂ ਸਕਦੀ। ਇਹ ਉਹ ਗੁਰੂ ਸਾਹਿਬ ਦਾ ਬਚਨ, ਉਸ ਪਰਮੇਸ਼ਵਰ ਵਾਹਿਗੁਰੂ ਜੀ ਦਾ ਜੁਗੋ ਜੁਗ ਅਟਲ ਬਚਨ ਹੈ ਜਿਹਨੂੰ ਕੋਈ ਪਾਣੀ ਡੋਬ ਵੀ ਨਹੀਂ ਸਕਦਾ ਤੇ ਜਿਹਨੂੰ ਕੋਈ ਵੀ ਜਿਹੜਾ ਉਹ ਚੁਰਾ ਨਹੀਂ ਸਕਦਾ ਹੈ। ਹੁਣ ਕਿੰਨੀਆਂ ਘਟਨਾਵਾਂ ਅੱਜ ਤੱਕ ਹੋਈਆਂ ਨੇ, ਅੱਜ ਤੱਕ ਦਾ ਆਪਾਂ ਪਿਛੋਕੜ ਇਤਿਹਾਸ ਫਰੋਲ ਕੇ ਵੇਖੀਏ ਤੇ ਕਿੰਨੀਆਂ ਐਸੀਆਂ ਘਟਨਾਵਾਂ ਹੋਈਆਂ ਨੇ। ਗੁਰੂ ਸਾਹਿਬ ਜੀ ਦੇ ਜਿਹੜੇ ਇਸ ਪਾਵਨ ਸ਼ਬਦ ਨੂੰ ਅਗਨ ਭੇਟ ਵੀ ਕੀਤਾ ਗਿਆ। ਗੁਰੂ ਸਾਹਿਬ ਜੀ ਦੇ ਇਸ ਸ਼ਬਦ ਨੂੰ, ਸ਼ਬਦ ਰੂਪੀ ਬਾਣੀ ਨੂੰ ਕਈਆਂ ਨੇ ਸ਼ਰਾਰਤੀ ਅਨਸਰਾਂ ਨੇ ਚੋਰਾਉਣ ਦਾ ਯਤਨ ਵੀ ਕੀਤਾ ਗਿਆ। ਪਰ ਸਾਹਿਬ ਅਸੀਂ ਅੱਜ ਇਹ ਤਾਂ ਨਹੀਂ ਕਹਿ ਸਕਦੇ ਵੀ ਸਾਡੀ ਬਾਣੀ ਚੋਰੀ ਹੋ ਗਈ। ਅਸੀਂ ਤਾਂ ਨਹੀਂ ਕਹਿ ਸਕਦੇ ਵੀ ਗੁਰੂ ਸਾਹਿਬ ਜੀ ਦਾ ਸ਼ਬਦ ਅਗਨ ਭੇਟ ਹੋ ਗਿਆ। ਨਹੀਂ, ਸ਼ਬਦ ਤਾਂ ਅੱਜ ਵੀ ਸਾਨੂੰ ਸਮਝਾ ਰਿਹਾ ਹੈ। ਗੁਰਬਾਣੀ ਤਾਂ ਅੱਜ ਵੀ ਸਾਨੂੰ, ਅਸੀਂ ਪੜ੍ਹਨ ਸੁਣਨ ਨੂੰ ਜਿਹੜੀ ਆ ਉਹ ਸਾਨੂੰ ਮਿਲ ਰਹੀ ਹੈ, ਕਿਉਂਕਿ ਇਹ ਉਹ ਬਚਨ ਹੈ ਜਿਹਨੂੰ ਅੱਗ ਸਾੜ ਨਹੀਂ ਸਕਦੀ। ਇਹ ਉਹ ਬਚਨ ਹੈ ਜਿਹਨੂੰ ਪਾਣੀ ਡੋਬ ਨਹੀਂ ਸਕਦਾ। ਇਉਂ ਬਚਨ ਹੈ ਜਿਹਨੂੰ ਕੋਈ ਵੀ ਤਸ਼ਕਰ ਇਹਨੂੰ ਚੁਰਾ ਨਹੀਂ ਸਕਦਾ। ਇਸ ਲਈ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ। ਸਾਹਿਬ ਜੀ ਕਹਿੰਦੇ ਤਸ਼ਕਰ ਨਹੀਂ ਲੇਵੈ, ਭਾਏ ਨਾ ਸਾਕੈ ਜਲ ਹੈ। ਇਹ ਅੱਗ ਦੇ ਵਿੱਚ ਸੜਨ ਵਾਲਾ ਨਹੀਂ। ਕਿਉਂ? ਕਿਉਂਕਿ ਸਾਹਿਬ ਜੀ ਕਹਿੰਦੇ ਇਹ ਗੁਰਮੁਖਾਂ ਦਾ ਆਸਰਾ ਹੈ, ਇਹ ਰੱਬ ਦੇ ਪਿਆਰਿਆਂ ਦਾ, ਇਹ ਭਗਤ ਜਨਾਂ ਦਾ, ਇਹ ਸੇਵਕ ਜਨਾਂ ਦਾ ਆਸਰਾ ਹੈ। ਤੇਰੇ ਬਚਨ ਅਨੂਪ ਅਪਾਰ, ਸੰਤਨ ਆਧਾਰ। ਆਧਾਰ ਆਸਰਾ, ਬਾਣੀ ਵਿਚਾਰੀ ਹੈ ਜੀਓ। ਇਸ ਲਈ ਸਾਨੂੰ ਕਹਿ ਰਿਹਾ ਕਿ ਗੁਰੂ ਕੇ ਪਿਆਰਿਓ, ਬਾਣੀ ਨੂੰ ਵਿਚਾਰਨਾ ਚਾਹੀਦਾ ਹੈ। ਜੇ ਅੰਦਰ ਦੇ ਕਪਾਟ ਖੋਲਣੇ ਆ ਤਾਂ ਗੁਰਬਾਣੀ ਨੂੰ ਵਿਚਾਰ ਕੇ ਹੀ ਗੱਲ ਬਣਨੀ ਆ, ਇਕੱਲੇ ਸੁਣ ਕੇ ਗੱਲ ਨਹੀਂ ਬਣਨੀ। ਇਹ ਵੀ ਬੇਨਤੀ ਕੀਤੀ ਕਿਉਂਕਿ ਸੰਗਤਾਂ ਵਿੱਚ ਜਿਸ ਤਰ੍ਹਾਂ ਪਤਾ ਲੱਗਦਾ ਉਸੇ ਤਰ੍ਹਾਂ ਆਪ ਜੀ ਨਾਲ ਸਾਂਝ ਪਾਈ ਦੀ ਹੈ। ਕਈ ਐਸੇ ਵੀ ਮਿਲਦੇ ਆ ਜਿਹੜੇ ਕਹਿੰਦੇ ਜੀ ਪਾਠ ਕਰਦਿਆਂ ਇੰਨੇ ਸਾਲ ਹੋ ਚੁੱਕੇ ਆ, ਪਰ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਾ ਕਿ ਜਿਹਦਾ ਪਾਠ ਕਰ ਰਹੇ ਆ ਉਹਦੇ ਅਰਥ ਕੀ ਨੇ, ਕਿਉਂਕਿ ਕਦੇ ਵਿਚਾਰਿਆ ਹੀ ਨਹੀਂ, ਉਹਦੀ ਵਿਚਾਰ ਕਦੇ ਕੀਤੀ ਨਹੀਂ, ਜਾਂ ਸੁਣੀ ਨਹੀਂ, ਜਾਂ ਵਿਚਾਰ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਔਰ ਐਸੀ ਵੀ ਹੈਰਾਨੀ ਹੋਈ ਸੁਣ ਕੇ ਵੀ, ਇਹ ਨਹੀਂ ਕਿ 2-4 ਸਾਲ, 30-30 40-40 ਸਾਲ ਹੋ ਗਏ ਗੁਰਬਾਣੀ ਨੂੰ ਸੁਣਦਿਆਂ, ਪਰ ਹਜੇ ਤੱਕ ਬਾਣੀ ਨੂੰ ਵਿਚਾਰਿਆ ਨਹੀਂ ਹੈ। ਤੇ ਸਭ ਕਹਿੰਦੇ ਵਿਚਾਰਨ ਤੋਂ ਬਿਨਾਂ ਗੱਲ ਨਹੀਂ ਬਣਨੀ। ਜੇ ਵਿਚਾਰਾਂਗੇ ਤਾਂ ਹੀ ਪਤਾ ਲੱਗੇਗਾ ਤੇਰੇ ਬਚਨ ਅਨੂਪ ਅਪਾਰ। ਜੇ ਗੁਰਬਾਣੀ ਨੂੰ ਵਿਚਾਰਾਂਗੇ ਤਾਂ ਹੀ ਪਤਾ ਲੱਗੇਗਾ ਸੰਤਨ ਆਧਾਰ। ਜਦੋਂ ਗੁਰਬਾਣੀ ਨੂੰ ਵਿਚਾਰਾਂਗੇ ਤਾਂ ਹੀ ਅੰਦਰ ਦਾ ਕਪਾਟ ਖੁੱਲੇਗਾ। ਜੇ ਆਪਾਂ ਗੁਰਬਾਣੀ ਨੂੰ ਵਿਚਾਰਾਂਗੇ ਤਾਂ ਹੀ ਸਾਨੂੰ ਜੀਵਨ ਦੀ ਸੋਝੀ ਆਏਗੀ। ਗੁਰਬਾਣੀ ਨੂੰ ਵਿਚਾਰਾਂਗੇ ਤਾਂ ਹੀ ਕੁਦਰਤ ਦੀ ਸਮਝ, ਕਾਦਰ ਦੀ ਸਮਝ ਆਏਗੀ। ਸਾਨੂੰ ਆਪਣੇ ਆਪੇ ਦੀ ਵੀ ਸਮਝ ਤਾਂ ਹੀ ਆਏਗੀ ਜੇ ਆਪਾਂ ਬਾਣੀ ਨੂੰ ਵਿਚਾਰਾਂਗੇ। ਪਰ ਬਾਣੀ ਵਿਰਲੋ
ਵਿਚਾਰ ਸੀ ਮਹਾਰਾਜ ਕਹਿੰਦੇ ਬਾਣੀ ਤਾਂ ਵਿਰਲੇ ਵਿਰਲੇ ਨੇ ਜਿਹੜੇ ਵਿਚਾਰਦੇ ਆ। ਚਲੋ ਕਹਿੰਦੇ ਆ ਨਾ ਵੀ ਸਵੇਰ ਦਾ ਭੁੱਲਿਆ ਹੋਇਆ ਸ਼ਾਮ ਨੂੰ ਪਰਤ ਆਵੇ ਤੇ ਉਹਨੂੰ ਭੁੱਲਾ ਨਹੀਂ ਕਹਿੰਦੇ, ਜਾਂ ਕਹਿੰਦੇ ਵੀ ਹਜੇ ਵੀ ਡੁੱਲੇ ਹੋਏ ਬੇਰਾਂ ਦਾ ਕੁਛ ਨਹੀਂ ਵਿਗੜਿਆ। ਕਈ ਕਹਿੰਦੇ ਆ ਵੀ ਸਾਨੂੰ ਹੁਣ ਜਦੋਂ ਬਾਣੀ ਨੂੰ ਵਿਚਾਰਨਾ ਸ਼ੁਰੂ ਕੀਤਾ ਤੇ ਬਹੁਤ ਕੁਛ ਪਤਾ ਲੱਗ ਗਿਆ ਕਿ ਗੁਰਬਾਣੀ ਸਾਨੂੰ ਕੀ ਸਮਝਾ ਰਹੀ। ਜਿਹੜੇ ਇਹ ਕਹਿੰਦੇ ਆ ਨਾ ਵੀ ਚਲੋ ਕੋਈ ਨਹੀਂ ਹੁਣ ਤਾਂ ਸਮਝ ਆ ਗਈ, ਹੁਣ ਚਲੋ ਇੰਨੇ ਸਾਲ ਨਹੀਂ ਸਮਝ ਆਈ, ਹੁਣ ਸਮਝ ਆਉਣੀ ਸ਼ੁਰੂ ਆ ਗਈ, ਹੁਣ ਵੀ ਮੁਬਾਰਕ ਹੈ, ਹੁਣ ਵੀ ਮੁਬਾਰਕ ਹੈ। ਉਸ ਮਾਲਕ ਦੀ ਕਿਰਪਾ ਜਿਹੜੀ ਆ ਉਹ ਹੋਈ ਹੈ, ਕਿਉਂਕਿ ਹੁਣ ਕਿਰਪਾ 'ਚ ਵੀ ਸਾਨੂੰ ਉਲਝਾ ਕੇ ਰੱਖਿਆ ਹੋਇਆ ਹੈ ਵੀ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਤਾਂ ਕਿਰਪਾ ਹੋਏਗੀ, ਆਹ ਕਰੋਗੇ ਤਾਂ ਵੀ ਕਿਰਪਾ। ਹੱਥ ਜੋੜ ਕੇ ਬਾਰ-ਬਾਰ ਬੇਨਤੀ ਕਰੀਦੀ ਹੈ ਕਿ ਗੁਟਕਾ ਸਾਹਿਬ ਨਿਤਨੇਮ ਦਾ ਹੋਵੇ, ਸੁਖਮਨੀ ਸਾਹਿਬ ਦਾ ਹੋਵੇ, ਉਹਨੂੰ ਖੋਲ ਕੇ ਗੁਟਕਾ ਸਾਹਿਬ ਨੂੰ ਪੜ੍ਹ ਕੇ ਵਿਚਾਰਨਾ ਸੀ। ਪਰ ਸਾਨੂੰ ਆਖਿਆ ਨਹੀਂ, ਤੂੰ 21 ਗੁਟਕਾ ਸਾਹਿਬ ਜਾ ਕੇ ਗੁਰੂ ਘਰ ਦਿਆਂ ਹੀ ਕਿਰਪਾ ਆਉਣੀ ਸ਼ੁਰੂ ਹੋ ਜਾਏਗੀ। ਸਾਨੂੰ ਤੇ ਇਹਦੇ ਚੱਕਰ ਵਿੱਚ ਉਲਝਾ ਦਿੱਤਾ ਵੀ ਤੂੰ ਇੰਨੇ ਸੁਖਮਨੀ ਸਾਹਿਬ ਜੀ ਦੇ ਗੁਟਕਾ ਸਾਹਿਬ ਜਿਹੜੇ ਆ ਜਾ ਕੇ ਗੋਲਕ ਤੇ ਰੱਖ ਆਈ ਤੇ ਕਿਰਪਾ ਆਉਣੀ ਸ਼ੁਰੂ ਹੋ ਜਾਈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਅੰਗ ਤੋਂ 1430 ਅੰਗ ਤੱਕ ਇਹ ਵਿਚਾਰਤਾ ਕਿਤੇ ਨਹੀਂ ਮਿਲੀ ਵੀ ਇਸ ਤਰ੍ਹਾਂ ਕਿਰਪਾ ਆਉਣੀ ਸ਼ੁਰੂ ਹੋ ਜਾਏਗੀ। ਜਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਸ ਦਿਨ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਗੁਰਬਾਣੀ ਦਾ ਪ੍ਰਕਾਸ਼ ਕੀਤਾ ਤੇ ਮਹਾਰਾਜ ਨੇ ਇਹ ਤੇ ਨਹੀਂ ਕਿਤੇ ਇਤਿਹਾਸ ਵਿੱਚ ਪੜ੍ਹਨ ਨੂੰ ਮਿਲਦਾ ਵੀ ਇਦਾਂ ਕਿਰਪਾ ਆਉਣੀ ਸ਼ੁਰੂ ਹੋ ਜਾਏਗੀ। ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਮਦਮਾ ਸਾਹਿਬ ਸਾਬੋ ਕੇ ਤਲਵੰਡੀ ਸੰਪੂਰਨਤਾ ਕਰਦੇ ਆ ਗੁਰੂ ਸਾਹਿਬ ਜੀ ਦੀ ਬਾਣੀ ਦੀ। ਜਾਂ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਂਦੇ ਆ ਵੀ ਅੱਜ ਤੋਂ ਤੁਸੀਂ ਗ੍ਰੰਥ ਤੇ ਪੰਥ ਦੀ ਅਗਵਾਈ ਵਿੱਚ ਚੱਲਣਾ, ਉੱਥੇ ਤੇ ਮਹਾਰਾਜ ਨੇ ਕਿਤੇ ਇਤਿਹਾਸ 'ਚ ਇਹ ਗੱਲ ਨਹੀਂ ਆਈ। ਪਰ ਨਾ ਸਮਝ ਹੋਣ ਕਰਕੇ ਅਸੀਂ ਲੋਕਾਂ ਦੀਆਂ ਗੱਲਾਂ ਵਿੱਚ ਆ ਗਏ, ਆਖਿਆ ਕੰਮ ਹੀ ਬੜਾ ਸੌਖਾ ਹੈ ਜੇ ਇਦਾਂ ਕਿਰਪਾ ਆਉਣੀ ਸ਼ੁਰੂ ਹੋ ਜਾਏ। ਫਿਰ ਨਿਤਨੇਮ ਦੀ ਤਾਂ ਕਿਸੇ ਨੂੰ ਵੀ ਲੋੜ ਨਹੀਂ, ਫਿਰ ਨਿਤ ਉੱਠ ਕੇ ਬਾਣੀ ਦੇ ਅਭਿਆਸ ਦੀ ਲੋੜ ਨਹੀਂ, ਕੀਰਤਨ ਦੀ ਲੋੜ ਨਹੀਂ, ਕਥਾ ਦੀ ਜ਼ਰੂਰਤ ਨਹੀਂ ਹੈ, ਕੰਮ ਹੀ ਸੌਖਾ ਹੈ। ਪਰ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਕੰਮ ਕਰਕੇ ਅਸੀਂ ਬੇਅਦਬੀ ਦਾ ਕਾਰਨ ਆਪ ਖੁਦ ਬਣਾ ਲੈਂਦੇ ਹਾਂ। ਇਹ ਬੇਨਤੀ ਸਮਝਿਓ, ਕਿਸੇ ਦੀ ਭਾਵਨਾ ਨੂੰ ਠੇਸ ਨਹੀਂ ਹੈ, ਕਿਸੇ ਦੀ ਭਾਵਨਾ ਨੂੰ, ਕਿਸੇ ਦੀ ਸ਼ਰਧਾ ਨੂੰ ਤੋੜਿਆ ਨਹੀਂ ਜਾ ਰਿਹਾ। ਪਰ ਸ਼ਰਧਾ ਵੀ ਉਹੀ ਹੋਣੀ ਚਾਹੀਦੀ ਜਿਹਨੂੰ ਕਹਿੰਦੇ ਅੰਨੀ ਸ਼ਰਧਾ ਨਾ ਹੋਵੇ। ਅਸੀਂ ਗੁਟਕਾ ਸਾਹਿਬ ਜਿਹੜੇ ਆ ਮੁੜ ਕੇ ਇੰਨੇ ਲਿਆ ਕੇ ਸੰਗਤਾਂ ਰੱਖਦੀਆਂ ਤੇ ਉਹਨੂੰ ਸੰਭਾਲਣਾ ਕਿਵੇਂ ਆ? ਤੇ ਜੇ ਉਹਨੂੰ ਨਾ ਸੰਭਾਲਿਆ ਫਿਰ ਜਿਹੜਾ ਉਹ ਸਵਾਲ ਉੱਠਣੇ ਆ ਵੀ ਦੇਖੋ ਇਹ ਬਾਣੀ ਦੀ ਸੰਭਾਲ ਨਹੀਂ ਕਰਦੇ। ਪਰ ਇਹ ਕਾਰਨ ਬਣਾਇਆ ਕਿਨੇ ਆ? ਬਣਾਇਆ ਤੇ ਵੀ ਅਸੀਂ ਵੀ ਆਪ ਹੀ ਹੈ। ਸਾਨੂੰ ਕਿਸੇ ਨੇ ਆਖ ਦਿੱਤਾ ਵੀ ਤੇਰੇ ਇਸ ਤਰ੍ਹਾਂ ਘਰ 'ਚ ਕਿਰਪਾ, ਜੀਵਨ ਵਿੱਚ ਕਿਰਪਾ ਆਉਣੀ ਸ਼ੁਰੂ ਹੋ ਜਾਏ। ਪਰ ਮਹਾਰਾਜ ਨੇ ਆਖਿਆ ਸੀ ਤੂੰ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਤਾਂ ਤੇਰੇ ਤੇ ਕਿਰਪਾ ਆਉਣੀ ਹੈ। ਤੂੰ ਉੱਠਦਿਆਂ ਬਹਿੰਦਿਆਂ ਚਲਦਿਆਂ ਫਿਰਦਿਆਂ ਨਾਮ ਦਾ ਅਭਿਆਸ ਕਰਨਾ ਸੀ, ਤਾਂ ਉਹਦੀ ਕਿਰਪਾ ਦਾ ਪਾਤਰ ਬਣਨਾ ਸੀ। ਤੂੰ ਨਿਤ ਉੱਠ ਕੇ ਪਰਮੇਸ਼ਵਰ ਨੂੰ ਧਿਆਉਣਾ ਸੀ, ਤਾਂ ਉਹਦੇ ਹੁਕਮ ਉਹਦੇ ਭਾਣੇ ਵਿੱਚ ਚੱਲਣਾ ਸੀ, ਤਾਂ ਉਹਦੀ ਕਿਰਪਾ ਨੇ ਆਉਣਾ ਸੀ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਵੀ ਜਦੋਂ ਬਾਣੀ ਨੂੰ ਵਿਚਾਰਿਆ ਤੇ ਬਾਣੀ ਨੂੰ ਵਿਚਾਰ ਕੇ ਪਤਾ ਲੱਗਾ ਵੀ ਉਹਦੇ ਬਚਨ ਅਨੂਪ ਨੇ, ਉਹਦੀ ਉਪਮਾ ਨਹੀਂ ਕੀਤੀ ਜਾ ਸਕਦੀ, ਉਹ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਔਰ ਜਿੰਨੇ ਵੀ ਉਹਦੇ ਪਿਆਰੇ ਨੇ, ਸੇਵਕ ਜਨ, ਗੁਰਮੁਖ ਜਨ, ਭਗਤ ਜਨ, ਇਹ ਬਾਣੀ ਉਹਨਾਂ ਸਾਰਿਆਂ ਦਾ ਆਸਰਾ ਹੈ। ਇਹ ਬਾਣੀ ਉਹਨਾਂ ਨੂੰ ਕਦੇ ਵੀ ਡੋਲਣ ਨਹੀਂ ਦਿੰਦੀ, ਅਡੋਲ ਰੱਖਦੀ ਹੈ। ਕਦੋਂ ਪਤਾ ਲੱਗਾ? ਬਾਣੀ ਵਿਚਾਰੀ ਹੈ ਜਿਉ, ਜਦੋਂ ਬਾਣੀ ਨੂੰ ਵਿਚਾਰਿਆ। ਇਸ ਲਈ ਗੁਰੂ ਕੇ ਪਿਆਰਿਓ, ਇਸ ਬਾਣੀ ਨੂੰ ਵਿਚਾਰਨਾ ਚਾਹੀਦਾ ਹੈ, ਇਸ ਬਾਣੀ ਨੂੰ ਸਮਝਣਾ ਚਾਹੀਦਾ ਹੈ। ਇਸ ਬਾਣੀ ਨੂੰ ਅਸੀਂ ਸਮਝਾਂਗੇ ਤਾਂ ਗੱਲ ਬਣਨੀ ਹੈ। ਹੁਣ ਕਿਸੇ ਨੇ ਇਹ ਵੀ ਆਖਿਆ ਕਿਉਂਕਿ ਇਹ ਮਾਹੌਲ ਜਿਸ ਤਰ੍ਹਾਂ ਦਾ ਬਣਿਆ, ਅਸੀਂ ਇਹਦੇ ਵਿੱਚੋਂ ਨਿਕਲਾਂਗੇ ਤਾਂ ਗੱਲ ਬਣਨੀ ਹੈ। ਹੁਣ ਗੁਰਬਾਣੀ ਦਾ ਜਾਪ ਪਾਠ ਹੋ ਰਿਹਾ ਹੈ, ਪਰ ਉਹਦੇ ਨਾਲ ਨਾਲ ਇੱਕ ਦਿਨ ਇਹ ਵੀ ਬੇਨਤੀ ਕੀਤੀ ਵੀ ਚਲੋ ਬਹੁਤ ਨਹੀਂ ਤਾਂ ਥੋੜਾ ਹੀ ਸਹੀ,
ਜਿਹੜਾ ਨਿਤਨੇਮ ਦੀ ਬਾਣੀ ਦਾ ਪਾਠ ਕਰਦੇ ਆ, ਕਮ ਸੇ ਕਮ ਆਪਾਂ ਉਹਨੂੰ ਹੀ ਵਿਚਾਰ ਲਈਏ। ਬਹੁਤਾ ਨਹੀਂ ਤੇ ਕਮ ਸੇ ਕਮ ਜਪਜੀ ਸਾਹਿਬ ਦੀ 38 ਪੌੜੀਆਂ ਨੂੰ ਹੀ ਵਿਚਾਰ ਲਈਏ ਆਪਾਂ। ਬਹੁਤਾ ਨਹੀਂ ਤੇ ਸੋਦਰ ਦੀ ਬਾਣੀ ਨੂੰ ਹੀ ਵਿਚਾਰ ਲਈਏ, ਸੋਹਿਲੇ ਦੀ ਬਾਣੀ ਨੂੰ ਹੀ ਵਿਚਾਰ ਲਈਏ। ਜੀਵਨ ਵਿੱਚ ਬਦਲਾਵ ਆ ਜਾਏਗਾ, ਸਮਝ ਆ ਜਾਏਗੀ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾਂ ਦੂਜਾ ਹੋਰ ਹੈ ਹੀ ਕੋਈ ਨਹੀਂ ਹੈ। ਇਸ ਲਈ ਸਾਹਿਬ ਕਹਿੰਦੇ ਜਿਨ੍ਹਾਂ ਵਿਚਾਰਿਆ ਉਹਨਾਂ ਨੂੰ ਇਹ ਗੱਲ ਸਮਝ ਆ ਗਈ। ਫਿਰ ਸਿਮਰਤ ਸਾਸ ਗਿਰਾਸ ਪੂਰਨ ਵਿਸ਼ਵਾਸ। ਫਿਰ ਉਹਨਾਂ ਨੇ ਸਾਸ ਗਿਰਾਸ ਸਿਮਰਿਆ, ਉਹਨਾਂ ਨੇ ਫਿਰ ਹਰ ਸਾਹ ਦੇ ਵਿੱਚ ਉਹਨੂੰ ਸਿਮਰਿਆ। ਸਾਹ ਅੰਦਰ ਭਰਦਿਆਂ ਵੀ ਤੇ ਸਾਹ ਬਾਹਰ ਕੱਢਦਿਆਂ ਵੀ। ਸਾਸ ਗਿਰਾਸ ਭਾਵ ਕਿ ਗਿਰਾਹੀ ਅੰਦਰ ਹੀ ਜਾਂਦੀ ਹੈ ਨਾ, ਭਾਵ ਜਿਹੜਾ ਸਾਹ ਅੰਦਰ ਜਾਂਦਾ ਹੈ। ਸਾਹ ਅੰਦਰ ਜਾਂਦਿਆਂ ਵੀ ਉਹਨੂੰ ਚੇਤੇ ਕੀਤਾ, ਸਾਹ ਬਾਹਰ ਆਉਂਦਿਆਂ ਵੀ ਉਹਨੂੰ ਚੇਤੇ ਕੀਤਾ। ਕਿਹਨਾਂ ਨੇ? ਪੂਰਨ ਵਿਸ਼ਵਾਸ, ਜਿਨ੍ਹਾਂ ਨੂੰ ਉਹਦੇ ਤੇ ਪੂਰਨ ਵਿਸ਼ਵਾਸ ਬਣ ਗਿਆ, ਪੂਰਨ ਭਰੋਸਾ ਬਣ ਗਿਆ। ਤੇ ਪੂਰਨ ਜਿਹਨੂੰ ਪੂਰਾ ਭਰੋਸਾ ਹੋਵੇ ਉਹ ਫਿਰ ਅਰਦਾਸ ਵੀ ਇੱਕ ਅੱਗੇ ਖਲੋ ਕੇ ਕਹਿੰਦਾ, ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ। ਇਹ ਪੂਰਨ ਭਰੋਸਾ ਹੀ ਹੈ। ਕਹਿੰਦੇ ਨੇ ਹੁਣ ਭਾਵੇਂ ਸੁੱਖ ਆਵੇ ਦੁੱਖ ਆਵੇ, ਮੈਨੂੰ ਤਾਂ ਤੇਰੇ ਤੇ ਭਰੋਸਾ ਹੈ। ਮੈਂ ਤੈਨੂੰ ਛੱਡ ਕੇ ਕਿਸੇ ਹੋਰ ਨੂੰ ਨਹੀਂ ਸਿਮਰਨਾ, ਮੈਂ ਤੈਨੂੰ ਛੱਡ ਕੇ ਕਿਸੇ ਹੋਰ ਨੂੰ ਨਹੀਂ ਧਿਆਉਣਾ ਹੈ। ਹੁਣ ਸਭ ਕਹਿੰਦੇ ਜਿਨ੍ਹਾਂ ਨੇ ਬਾਣੀ ਨੂੰ ਵਿਚਾਰਿਆ ਉਹਨਾਂ ਨੂੰ ਸਤਿਗੁਰ ਮਿਲਿਆ। ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਉਹਨਾਂ ਦੇ ਕਪਾਟ ਖੁੱਲੇ। ਜਿਨ੍ਹਾਂ ਦੇ ਕਪਾਟ ਖੁੱਲੇ ਉਹਨਾਂ ਨੂੰ ਪਤਾ ਲੱਗਾ ਕਿ ਉਹਦੀ ਉਪਮਾ ਨਹੀਂ ਕੀਤੀ ਜਾ ਸਕਦੀ, ਉਹ ਬੇਅੰਤ ਹੈ। ਉਹ ਫਿਰ ਦਿਨ ਰਾਤ ਹਰ ਸਵਾਸ ਗਿਰਾਸ ਵਿੱਚ ਉਹਨੂੰ ਸਿਮਰਦੇ ਆ, ਪੂਰਨ ਭਰੋਸਾ ਰੱਖ ਕੇ। ਤੇ ਨਾਲ ਇਹ ਕਹਿੰਦੇ ਆ, ਕਿਉਂ ਮਨਹੁ ਵਿਸਾਰੀਐ ਜੀਓ। ਕਿਉਂ ਅਸੀਂ ਇਹ ਵਾਹਿਗੁਰੂ ਜੀ ਤੁਹਾਨੂੰ ਆਪਣੇ ਮਨ ਤੋਂ ਕਿਉਂ ਵਿਸਾਰੀਏ? ਹੁਣ ਨਹੀਂ ਵਿਸਰਦਾ। ਇੱਥੇ ਇਹ ਨਹੀਂ ਹੈ ਵੀ ਤੁਸੀਂ ਕਿਉਂ ਵਿਸਾਰ ਦਿੱਤਾ, ਨਹੀਂ। ਗੱਲ ਜਿਹੜੀ ਵਿਸ਼ਾ ਜਿਹੜੀ ਵਿਚਾਰ ਜਿਹੜੀ ਚੱਲ ਰਹੀ ਹੈ ਉਹਨੂੰ ਸਮਝ ਕੇ ਚੱਲੀਏ ਕਿ ਜਿਨ੍ਹਾਂ ਨੇ ਸਿਮਰਤ ਸਾਸ ਗਿਰਾਸ ਪੂਰਨ ਵਿਸ਼ਵਾਸ ਪੂਰਨ ਭਰੋਸੇ ਦੇ ਨਾਲ, ਜਿਨ੍ਹਾਂ ਨੇ ਹਰ ਸਾਹ ਵਿੱਚ ਮਾਲਕ ਨੂੰ ਸਿਮਰਿਆ ਹੈ ਜਾਂ ਸਿਮਰਦੇ ਨੇ, ਉਹ ਕਹਿੰਦੇ ਨੇ ਕਿਉਂ ਮਨਹੁ ਵਿਸਾਰੀਏ ਜੀਓ। ਅਸੀਂ ਕਿਵੇਂ ਵਿਸਾਰੀਏ? ਹੁਣ ਤਾਂ ਪਲ ਲਈ ਵੀ ਮਾਲਕਾ ਤੂੰ ਸਾਡੇ ਮਨ ਤੋਂ ਨਹੀਂ ਵਿਸਰਦਾ, ਕਿਉਂਕਿ ਕਪਾਟ ਗੁਰੂ ਨੇ ਖੋਲ ਦਿੱਤਾ ਅੰਦਰ ਦਾ ਦਰਵਾਜ਼ਾ ਗੁਰੂ ਸਾਹਿਬ ਨੇ ਖੋਲ ਕੇ ਖੇਡ ਸਮਝਾ ਦਿੱਤੀ ਹੈ। ਇਤਿਹਾਸ ਦੀ ਗੱਲ ਜ਼ਰੂਰ ਦਾਸ ਆਪ ਜੀ ਨਾਲ ਸਾਂਝੀ ਕਰਦਾ ਹੁੰਦਾ ਹੈ, ਕਿਉਂਕਿ ਜਦੋਂ ਵਿਚਾਰ ਦਾ ਮੇਲ ਖਾਵੇ ਤੇ ਉੱਥੇ ਫਿਰ ਇਹ ਇਤਿਹਾਸ ਦਾ ਵੀ ਪੱਖ ਤੁਹਾਡੇ ਸਾਹਮਣੇ ਜ਼ਰੂਰ ਰੱਖੀਦਾ ਹੈ। ਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਕਿ ਜਿਹੜੀ ਵਿਚਾਰ ਹੋਵੇ ਉਸ ਤੋਂ ਪਹਿਲਾਂ ਰਾਤਰੀ ਦਾ ਇਤਿਹਾਸ ਹੀ ਕੁਝ ਇਸ ਤਰ੍ਹਾਂ ਦਾ ਚੱਲਦਾ ਹੁੰਦਾ ਹੈ। ਕਿੰਨੇ ਸਾਲ ਲੰਘ ਗਏ। ਮਾਤਾ ਪਿਤਾ ਗੁਰੂ ਨਾਨਕ ਸਾਹਿਬ ਜੀ ਦੇ, ਪਿਤਾ ਕਲਿਆਣ ਦਾਸ ਤੇ ਮਾਤਾ ਤ੍ਰਿਪਤਾ ਜੀ, ਇੱਕੋ ਹੀ ਸਵਾਲ ਸੀ, ਪੁੱਤਰ ਤੂੰ ਸਾਡੇ ਕੋਲ ਘਰ ਦੇ ਵਿੱਚ ਰਹਿ, ਤੂੰ ਬਾਹਰ ਚਲਾ ਜਾਂਦਾ ਮੁੜ ਕੇ ਪਰਤ ਕੇ ਕਿੰਨੇ ਸਾਲ ਮੁੜਦਾ ਹੀ ਨਹੀਂ। ਅੱਜ ਜਦੋਂ ਗੁਰੂ ਸਾਹਿਬ ਆਏ ਨੇ, ਹੁਣ ਗੁਰੂ ਸਾਹਿਬ ਮਹਾਰਾਜ ਨੇ ਆਪਣੇ ਪਿਤਾ ਦੇ ਅੰਦਰ ਦਾ ਕਪਾਟ ਖੋਲ ਦਿੱਤਾ। ਤੇ ਪਹਿਲਾਂ ਝਿੜਕਦੇ ਸੀ, ਕਿਉਂਕਿ ਜਦੋਂ ਅੰਦਰ ਦਾ ਕਪਾਟ ਖੁੱਲਣਾ ਨਾ ਉਦੋਂ ਸੋਚ ਹੀ ਬਦਲ ਜਾਣੀ ਹੈ, ਉਦੋਂ ਵਿਚਾਰ ਬਦਲ ਜਾਣੀ ਹੈ, ਖਿਆਲ ਬਦਲ ਜਾਣੇ ਆ, ਉਦੋਂ ਰਸਤਾ ਬਦਲ ਜਾਏਗਾ। ਜਿਹੜੇ ਹਰ ਵੇਲੇ ਨਾਨਕ ਜੀ ਨੂੰ ਝਿੜਕਦੇ ਰਹਿਣਾ ਵੀ ਕੋਈ ਕੰਮ ਧੰਦਾ ਕਰ ਲੈ, ਇਹ ਕਿਹੜੇ ਕੰਮ ਵਿੱਚ ਤੂੰ ਪੈ ਗਿਆ, ਕਿਹੜੇ ਰਾਹ ਤੂੰ ਤੁਰ ਪਿਆ, ਉਹ ਹਜੇ ਤ੍ਰਿਕੁਟੀ ਨਹੀਂ ਸੀ ਨਾ ਖੁੱਲੀ ਅੰਦਰੋਂ। ਇਹ ਵੀ ਧਿਆਨ ਰੱਖਿਓ, ਜਿਹੜਾ ਤ੍ਰੈ ਗੁਣੀ ਰਜ ਗੁਣ ਤਮ ਗੁਣ ਸਤ ਗੁਣ, ਇਹ ਤਿੰਨ ਗੁਣਾਂ ਦੀ ਤ੍ਰਿਕੁਟੀ ਵਿੱਚ ਫਸਿਆ, ਮੱਥੇ ਤੇ ਤਿਉੜੀਆਂ ਵੀ ਉਦੋਂ ਹੀ ਪੈਂਦੀਆਂ ਨੇ। ਜਿਹੜਾ ਅੰਦਰ ਦੀ ਤ੍ਰਿਕੁਟੀ ਨੂੰ ਖੋਲ ਗਿਆ ਉਹਦੇ ਮੱਥੇ ਤੇ ਕਦੇ ਤਿਉੜੀ ਨਹੀਂ ਪੈਂਦੀ, ਉਹਦਾ ਮਸਤਕ ਖਿੜਿਆ ਰਹਿੰਦਾ ਹੈ। ਭਗਤਾਂ ਦਾ ਕਿਉਂ ਚਿਹਰਾ ਖਿੜਿਆ ਰਹਿੰਦਾ? ਨਾਨਕ ਭਗਤਾਂ ਸਦਾ ਵਿਗਾਸ। ਉਹਨਾਂ ਦੇ ਚਿਹਰੇ ਕਿਉਂ ਖਿੜੇ ਰਹਿੰਦੇ ਆ? ਕਿਉਂਕਿ ਉਹ ਅੰਦਰ ਦੀ ਤ੍ਰਿਕੁਟੀ ਵਿੱਚੋਂ ਦੀ ਨਿਕਲ ਗਏ ਨੇ। ਅਸਲ ਵਿੱਚ ਤੁਸੀਂ ਕਈਆਂ ਦਾ ਵੇਖੋ, ਭਾਵੇਂ ਉਹ ਸੁਖੀ ਹੋਣ ਦੁਖੀ ਜਿੱਦਾਂ ਦੇ ਮਰਜ਼ੀ ਹੋਣ, ਮੱਥੇ ਤੇ ਤਿਉੜੀਆਂ ਜਾਂਦੀਆਂ ਹੀ ਕੋਈ ਨਹੀਂ। ਤੇ ਬੰਦਾ ਕਹਿੰਦਾ ਮੈਂ ਜਿੰਨੀ ਵਾਰ ਤੈਨੂੰ ਵੇਖਦਾ ਤਿਉੜੀਆਂ ਹੀ ਪਈਆਂ ਹੁੰਦੀਆਂ, ਕਦੇ ਤੇ ਮੱਥੇ ਦੀਆਂ ਤਿਉੜੀਆਂ ਖਤਮ ਕਰ ਲੈ। ਪਰ ਉਹ ਕਿਵੇਂ ਕਰੇ? ਕਸੂਰ ਉਹਦਾ ਵੀ ਕੋਈ ਨਹੀਂ, ਕਿਉਂਕਿ ਉਹਦੀ ਸੁਰਤ ਤਿੰਨਾਂ ਦੇ ਵਿੱਚ ਅਟਕੀ ਪਈ ਹੈ।
ਰਜ ਗੁਣ ਤਮ ਗੁਣ ਸਤਗੁਰ ਵਿੱਚ ਅਟਕਿਆ ਪਿਆ, ਉਸ ਤ੍ਰਿਕੁਟੀ ਨਹੀਂ ਤਿਉੜੀਆਂ ਮੱਥੇ ਤੇ ਲਿਆਂਦੀਆਂ। ਇਸ ਲਈ ਇਹ ਚਿਹਰਾ ਖਿੜਿਆ ਰਹੇਗਾ, ਇਹ ਦੁੱਖ ਵਿੱਚ ਵੀ ਖਿੜਿਆ ਰਹੇਗਾ। ਦੁੱਖ ਵਿੱਚ ਸੂਖ ਮਨਾਈ ਵਾਲੀ ਖੇਡ ਬਣ ਜਾਏਗੀ ਜਦੋਂ ਇਹ ਮਨ, ਇਹ ਸੁਰਤ ਇਸ ਰਜ ਗੁਣ ਤਮ ਗੁਣ ਸਤ ਗੁਣ ਵਿੱਚੋਂ ਨਿਕਲੇਗਾ। ਹੁਣ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੇਖਿਆ ਵੀ ਸਮਾਂ ਆ ਗਿਆ, ਉਹ ਸਮਾਂ ਵੀ ਕਿਉਂ ਇੰਨਾ ਲੰਘਾਇਆ? ਕਿਉਂਕਿ ਨਹੀਂ ਸੀ ਚਾਹੁੰਦੇ ਕਿ ਪਿਤਾ ਜੀ ਮੇਰੇ ਅੱਗੇ ਹੱਥ ਜੋੜ ਕੇ ਕਹਿਣ ਕਿ ਅੰਦਰ ਦੀ ਖੇਡ ਹੀ ਕਿਤੇ ਬਣਾ ਦੇ। ਨਹੀਂ, ਕਿਉਂਕਿ ਪੁੱਤਰ ਅੱਗੇ ਪਿਤਾ ਹੱਥ ਜੋੜਦਾ ਚੰਗਾ ਨਹੀਂ ਲੱਗਦਾ। ਪਿਤਾ ਦੇ ਅੱਗੇ ਪੁੱਤਰ ਹੱਥ ਜੋੜਦਾ ਚੰਗਾ ਲੱਗਦਾ ਹੈ, ਪਰ ਪਿਤਾ ਪੁੱਤਰ ਦੇ ਅੱਗੇ ਹੱਥ ਜੋੜਦਾ ਚੰਗਾ ਨਹੀਂ ਲੱਗਦਾ। ਇਸ ਲਈ ਅੱਜ ਜਦੋਂ ਅੰਦਰ ਦੀ ਤ੍ਰਿਕੁਟੀ ਵਿੱਚੋਂ ਦੀ ਸੁਰਤ ਜਿਹੜੀ ਸੀ ਹਟਾ ਦਿੱਤੀ, ਉਸੇ ਵੇਲੇ ਕਪਾਟ ਖੁੱਲਾ। ਜਦੋਂ ਕਪਾਟ ਖੁੱਲਾ ਤੇ ਹੱਥ ਜੋੜ ਕੇ ਕਹਿੰਦੇ ਆ, ਮੈਂ ਤੈਨੂੰ ਸਮਝ ਹੀ ਨਹੀਂ ਸਕਿਆ। ਮੈਂ ਤਾਂ ਜਿਸ ਦਿਨ ਤੇਰਾ ਪ੍ਰਕਾਸ਼ ਹੋਇਆ ਸੀ, ਦੌਲਤਾਂ ਦਾਈ ਤੋਂ ਲੈ ਕੇ ਹੁਣ ਤੱਕ ਹਰ ਇੱਕ ਨੇ ਮੈਨੂੰ ਆਖਿਆ ਵੀ ਤੇਰੇ ਘਰ ਵਿੱਚ ਰੱਬ ਆਇਆ ਹੈ। ਹਰ ਇੱਕ ਨੇ ਆਖਿਆ ਤੇਰੇ ਘਰ ਵਿੱਚ ਖੁਦਾ ਦਾ ਨੂਰ ਆਇਆ ਹੈ। ਹਰ ਇੱਕ ਨੇ ਆਖਿਆ ਤੇਰੇ ਘਰ ਦੇ ਵਿੱਚ ਆਮ ਬਾਲਕ ਨਹੀਂ, ਨਿਰੰਕਾਰ ਆਪ ਆਇਆ ਹੈ। ਪਰ ਮੈਂ ਸਮਝ ਹੀ ਨਹੀਂ ਸਕਿਆ। ਝਿੜਕਾਂ ਤੇ ਝਿੜਕਾਂ ਤੈਨੂੰ ਦਿੱਤੀਆਂ, ਪਰ ਅੱਜ ਹੱਥ ਜੋੜ ਕੇ ਕਹਿੰਦੇ, ਪੁੱਤਰ ਮੇਰੇ ਤੇ ਇੱਕ ਕਿਰਪਾ ਕਰ, ਕਿਉਂਕਿ ਅੱਜ ਤੂੰ ਪੁੱਤਰ ਨਹੀਂ ਦਿਸਦਾ, ਮੈਂ ਪਿਤਾ ਨਹੀਂ ਦਿਸਦਾ, ਕਿਉਂਕਿ ਅੱਜ ਤੂੰ ਰੱਬ ਦਿਸਦਾ ਤੇ ਮੈਂ ਤੇਰੇ ਚਰਨਾਂ ਦਾ ਭੌਰਾ ਦਿਸਦਾ। ਬਸ ਕਿਰਪਾ ਕਰ ਕਿਤੇ ਜ਼ਿੰਦਗੀ ਦੀ ਖੇਡ ਸਮਝ ਆਵੇ ਤੇ ਮੈਂ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਵਾਂ। ਉਹ ਅੰਦਰ ਦਾ ਕਪਾਟ ਖੁੱਲਿਆ ਤੇ ਸੋਚ ਹੀ ਬਦਲ ਕੇ ਰੱਖ ਦਿੱਤੀ। ਇਸੇ ਤਰ੍ਹਾਂ ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਜਿਨ੍ਹਾਂ ਨੇ ਬਾਣੀ ਨੂੰ ਵਿਚਾਰਿਆ, ਅਸਲ 'ਚ ਬਾਣੀ ਨੂੰ ਵਿਚਾਰਨਾ ਹੀ ਸਤਿਗੁਰ ਭੇਟ ਤੇ ਸਤਿਗੁਰੂ ਨੂੰ ਮਿਲਣਾ ਹੈ। ਬਾਣੀ ਨੂੰ ਵਿਚਾਰ ਕੇ ਸਤਿਗੁਰੂ ਦਾ ਮੇਲ ਹੋਇਆ, ਤੇ ਜਿਨ੍ਹਾਂ ਦਾ ਮੇਲ ਹੋਇਆ ਕਹਿੰਦੇ ਸਿਮਰਤ ਸਾਸ ਗਿਰਾਸ। ਉਹ ਹਰ ਸਾਹ ਦੇ ਵਿੱਚ ਉਹਨੂੰ ਸਿਮਰਦੇ ਆ ਪੂਰਨ ਭਰੋਸਾ ਰੱਖ ਕੇ। ਤੇ ਕਹਿੰਦੇ ਕਿਉਂ ਮਨੋਂ ਵਿਸਾਰੀਏ ਜੀਓ, ਕਿਵੇਂ ਤੈਨੂੰ ਮਨ ਤੋਂ ਵਿਸਾਰੀਏ? ਇਹ ਵਾਹਿਗੁਰੂ ਜੀ, ਮਨ ਤੋਂ ਵਿਸਾਰਿਆ ਹੀ ਨਹੀਂ ਜਾ ਸਕਦਾ ਹੈ। ਕਿਉ ਮਨਹੁ ਬੇਸਾਰੀਐ, ਨਿਮਖ ਨਹੀਂ ਟਾਰੀਐ, ਗੁਣਵੰਤ ਪ੍ਰਾਣ ਹਮਾਰੇ। ਮਨ ਬਾਂਸਤ ਫਲ ਦੇਤ ਹੈ ਸੁਆਮੀ, ਜੀ ਕੀ ਬਿਰਥਾ ਸਾਰੇ। ਹੁਣ ਦੇਖੋ ਇਹ ਗੱਲ ਕਲੀਅਰ ਹੋ ਗਈ ਨਾ, ਕਿਉਂ ਮਨਹੁ ਵਿਸਾਰੀਐ ਜੀਓ। ਇੱਕ ਤਾਂ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਤੂੰ ਕਿਉਂ ਉਹਨੂੰ ਵਿਸਾਰ ਦਿੱਤਾ, ਉਹ ਸਾਨੂੰ ਪੁੱਛ ਰਹੇ ਆ ਵੀ ਕੀ ਕਾਰਨ ਹੈ। ਪਰ ਇੱਥੇ ਇਹ ਕਿਉਂ ਦਾ ਅਰਥ ਹੈ ਵੀ ਕਿਵੇਂ ਮੈਂ ਮਨ ਤੋਂ ਵਿਸਾਰਾਂ। ਕਿਉਂ? ਕਿਉਂਕਿ ਕਿਉਂ ਮਨਹੁ ਵਿਸਾਰੀਐ, ਨਿਮਖ ਨਹੀਂ ਟਾਰੀਐ। ਕਿਵੇਂ ਵਿਸਾਰਾਂ? ਇੱਥੇ ਤੇ ਇੱਕ ਨਿਮਖ ਅੱਖ ਝਮਕਣ ਦੇ ਸਮੇਂ ਦੇ ਵਿੱਚ ਵੀ ਤੂੰ ਨਹੀਂ ਅੰਦਰੋਂ ਵਿਸਰਦਾ। ਤੂੰ ਇੱਕ ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ ਵੀ ਤੂੰ ਅੰਦਰੋਂ ਨਹੀਂ ਭੁੱਲਦਾ। ਹੁਣ ਤੇ ਖੇਡ ਐਸੀ ਹੈ ਵੀ ਆਖਾਂ ਜੀਵਾਂ ਵਿਸਰੇ ਮਰ ਜਾਉ, ਜਿਸ ਦਿਨ ਵਿਸਰੇਗਾ ਉਸ ਦਿਨ ਮਰ ਜਾਉ ਵਾਲੀ ਖੇਡ ਹੈ। ਇਸ ਲਈ ਕਿਵੇਂ ਤੈਨੂੰ ਮਨ ਤੋਂ ਵਿਸਾਰੀਏ? ਤੁਸੀਂ ਤਾਂ ਮਾਲਕ ਜੀ ਨਿਮਖ ਜਿੰਨੇ ਸਮੇਂ ਵਿੱਚ, ਪਲ ਜਿੰਨੇ ਸਮੇਂ ਦੇ ਵਿੱਚ ਵੀ ਅੰਦਰੋਂ ਭੁਲਾਇਆ ਨਹੀਂ ਜਾ ਸਕਦਾ। ਗੁਣਵੰਤ ਪ੍ਰਾਣ ਹਮਾਰੇ, ਇਹ ਗੁਣਵੰਤ ਗੁਣਾਂ ਦੇ ਦਾਤੇ, ਤੂੰ ਤੇ ਸਾਡਾ ਪ੍ਰਾਣ ਬਣ ਚੁੱਕਾ ਹੈ ਹੁਣ। ਕਿਉਂਕਿ ਜੇ ਪ੍ਰਾਣ ਹੈ ਤੇ ਪ੍ਰਾਣੀ ਹੈ, ਜੇ ਪ੍ਰਾਣੀ ਨਹੀਂ ਤੇ ਫਿਰ ਪ੍ਰਾਣੀ ਵੀ ਨਹੀਂ। ਜੇ ਸਾਡਾ ਸਾਹ ਚੱਲਦਾ ਹੈ ਤੇ ਅਸੀਂ ਹਾਂ, ਜੇ ਸਾਡਾ ਸਾਹ ਹੀ ਨਹੀਂ ਚੱਲਦਾ ਤੇ ਅਸੀਂ ਡੈੱਡ ਹੋ ਜਾਾਂਗੇ, ਮੁਰਦੇ ਹੋ ਜਾਾਂਗੇ। ਇਹ ਸਾਹ ਨਾਲ ਹੀ ਜ਼ਿੰਦਗੀ ਸਾਡੀ ਜਿਹੜੀ ਹੈ ਚੱਲ ਰਹੀ ਹੈ, ਤੇ ਜੇ ਸਾਹ ਹੀ ਨਹੀਂ ਹੋਏਗਾ ਤੇ ਸਾਡੇ ਪੱਲੇ ਕੀ ਹੈ? ਕੁਛ ਵੀ ਨਹੀਂ ਹੈ। ਜਿੰਨਾ ਚਿਰ ਬੰਦੇ ਦਾ ਕੋਈ ਨਾ ਬੰਦਾ ਬੇਹੋਸ਼ ਹੋ ਜਾਏ, ਕੋਮਾ ਵਿੱਚ ਚਲਾ ਜਾਏ, ਪਰ ਸਾਹ ਚੱਲਦਾ ਹੋਵੇ, ਤੇ ਅਸੀਂ ਕਹਿੰਦੇ ਨਹੀਂ ਇਹਦੀ ਸੰਭਾਲ ਕਰੋ, ਇਹਦੀ ਦੇਖਭਾਲ ਕਰੋ, ਕਿਉਂਕਿ ਇਹਦਾ ਸਾਹ ਚੱਲ ਰਿਹਾ ਹੈ। ਤੇ ਜਦੋਂ ਸਾਹ ਰੁਕ ਗਿਆ ਫਿਰ ਅਸੀਂ ਕਹਿੰਦੇ ਆ ਵੀ ਨਹੀਂ ਹੁਣ ਇਹਨੂੰ ਲੈ ਚੱਲੋ, ਜ਼ਿੰਦਗੀ ਖਤਮ ਹੋ ਗਈ। ਇਸ ਲਈ ਮਹਾਰਾਜ ਕਹਿੰਦੇ ਗੁਣਵੰਤ, ਹੇ ਗੁਣਾਂ ਦੇ ਦਾਤੇ, ਗੁਣਾਂ ਦੇ ਮਾਲਕ ਜੀ, ਕਿਵੇਂ ਤੈਨੂੰ ਅਸੀਂ ਵਿਸਾਰੀਏ? ਅਸੀਂ ਤੇ ਪਲ ਵੀ ਨਹੀਂ ਵਿਸਾਰ ਸਕਦੇ, ਕਿਉਂਕਿ ਪ੍ਰਾਣ ਹਮਾਰੇ, ਤੁਹਾਡਾ ਜਿਹੜਾ ਨਾਮ ਸਿਮਰਨਾ
ਉਹ ਸਾਡੇ ਪ੍ਰਾਣ ਬਣ ਚੁੱਕਾ ਹੈ, ਸਾਡੀ ਜ਼ਿੰਦਗੀ ਬਣ ਚੁੱਕਾ ਹੈ। ਇਸ ਲਈ ਅਸੀਂ ਵਿਸਾਰ ਹੀ ਨਹੀਂ ਸਕਦੇ ਹਾਂ। ਮਨ ਬਾਂਛਤ ਫਲ ਦੇਤ ਹੈ ਸੁਆਮੀ, ਜੀ ਕੀ ਬਿਰਥਾ ਸਾਰੇ। ਸਾਰੇ ਦਾ ਅਰਥ ਸਾਰ ਲੈਣ ਵਾਲਾ। ਕਹਿੰਦੇ ਸਾਰਿਆਂ ਦੇ ਜੀ ਦੀ ਬਿਰਥਾ ਨੂੰ, ਬਿਰਥਾ ਮੈਨੇ ਅਵਸਥਾ ਨੂੰ, ਹਰ ਇੱਕ ਦੇ ਦਰਦ ਪੀੜਾ ਨੂੰ ਸਮਝਣ ਵਾਲਾ, ਹਰ ਇੱਕ ਦੀ ਸਾਰ ਲੈਣ ਵਾਲਾ ਮੇਰਾ ਮਾਲਕ ਹੈ, ਜੋ ਮਨ ਬਾਂਛਤ ਫਲ ਦੇਤ ਹੈ। ਜੋ ਮਨ ਦੇ ਵਿੱਚ ਇੱਛਾ ਹੋਵੇ ਉਹਨੂੰ ਫਲ ਦੇਣ ਵਾਲਾ ਮੇਰਾ ਮਾਲਕ ਹੈ। ਫਿਰ ਕਿਵੇਂ ਵਿਸਾਰ ਦਈਏ? ਇਹ ਤੇ ਮੇਰੀ ਜ਼ਿੰਦਗੀ ਬਣ ਗਿਆ ਨਾਮ, ਇਹ ਤੇ ਮੇਰੇ ਪ੍ਰਾਣ ਬਣ ਗਿਆ। ਇਹਦੇ ਤੋਂ ਬਿਨਾ ਮੇਰੀ ਜ਼ਿੰਦਗੀ ਜਿਹੜੀ ਆ ਉਹ ਖਤਮ ਹੋ ਜਾਏਗੀ, ਕਿਉਂਕਿ ਉਹ ਮਨ ਬਾਂਛਤ ਫਲ ਦੇਣ ਵਾਲਾ ਸੁਆਮੀ ਹੈ। ਹਰ ਇੱਕ ਦੇ ਜੀ ਦੀ, ਹਿਰਦੇ ਦੀ ਬਿਰਥਾ ਨੂੰ ਜਾਣਨ ਵਾਲਾ ਹੈ। ਤਾਂ ਹੀ ਤੇ ਅਸੀਂ ਕਹਿੰਦੇ ਹਾਂ, ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਤਰਨ ਤਾਰਨ ਹਰ ਨਿਧ, ਦੁਖ ਨਾ ਸਕੈ ਬਿਆਪ। ਹੈ ਵਾਹਿਗੁਰੂ ਜੀ, ਅਸੀਂ ਦੀਨ ਬਣ ਕੇ ਇੱਕ ਦਰਦ ਲੈ ਕੇ ਆਏ ਹਾਂ ਤੁਹਾਡੇ ਕੋਲ, ਤੇ ਦੁਨੀਆ ਸਾਡਾ ਦਰਦ ਸੁਣ ਕੇ ਮਜ਼ਾਕ ਬਣਾਏਗੀ, ਲੋਕੀ ਤਮਾਸ਼ਾ ਵੇਖਦੇ ਆ, ਪਰ ਇੱਕ ਤੂੰ ਹੀ ਹੈ ਜੋ ਸਾਡੇ ਦਰਦ ਨੂੰ ਸਮਝਣ ਵਾਲਾ ਹੈ, ਜਿਹੜਾ ਸਾਡੇ ਦੁੱਖ ਨੂੰ ਸਮਝਣ ਵਾਲਾ ਹੈ, ਕਿਉਂਕਿ ਹਰ ਇੱਕ ਦੀ ਸਾਰ ਲੈਣ ਵਾਲਾ। ਤੇ ਦੇਖੋ, ਜਦੋਂ ਇਸ ਤਰ੍ਹਾਂ ਦੀ ਗੱਲ ਆਵੇ ਤੇ ਜ਼ਰੂਰ ਬੇਨਤੀ ਕਰੀਦੀ ਆ ਕਿ ਮਾਪੇ ਬੱਚਿਆਂ ਦਾ ਦੁੱਖ ਸਮਝ ਜਾਂਦੇ ਆ, ਪਰ ਬੱਚਿਆਂ ਨੂੰ ਮਾਪਿਆਂ ਦਾ ਦੁੱਖ ਸਮਝ ਨਹੀਂ ਆਉਂਦਾ। ਬੱਚਾ ਮਾੜਾ ਜਿਹਾ ਰੋਂਦਾ ਹੋਵੇ ਨਾ, ਚਲੋ ਉਹ ਬੱਚਾ ਜਿਹਦੇ ਮੁਖ 'ਚ ਹਜੇ ਦੰਦ ਵੀ ਨਹੀਂ ਆਏ, ਇੰਨਾ ਛੋਟਾ ਬੱਚਾ, ਉਹ ਜੇ ਰੋ ਰਿਹਾ, 4 10 20 ਜਾਣੇ ਉਹਨੂੰ ਚੁੱਪ ਕਰਾਉਣ 'ਚ ਲੱਗੇ ਹੋਏ ਆ, ਉਹ ਚੁੱਪ ਨਹੀਂ ਕਰਦਾ ਪਿਆ। ਕਿਸੇ ਨੇ ਆਖਿਆ ਇਹਦੇ ਪੇਟ ਵਿੱਚ ਦਰਦ ਹੋਣੀ ਆ, ਕਿਸੇ ਨੇ ਆਖਿਆ ਇਹ ਡਰ ਗਿਆ ਹੋਣਾ, ਕਿਸੇ ਨੇ ਆਖਿਆ ਆਹ ਹੋ ਗਿਆ। ਜਦੋਂ ਮਾਂ ਆਈ ਨਾ, ਤੇ ਮਾਂ ਕਹਿੰਦੀ ਮੈਨੂੰ ਪਤਾ ਇਹ ਕਿਉਂ ਰੋਂਦਾ ਹੈ। ਤੁਹਾਨੂੰ 20 ਜਾਣਿਆਂ ਨੂੰ ਨਹੀਂ ਪਤਾ ਲੱਗਾ, ਆਪਣੇ ਆਪਣੇ ਅੰਦਾਜ਼ੇ ਲਾਈ ਜਾਂਦੇ ਹੋ। ਇਹ ਮੈਨੂੰ ਪਤਾ ਹੈ, ਮੇਰੀਆਂ ਆਂਦਰਾਂ ਨੂੰ ਪੁੱਛੋ, ਇਹਨੂੰ ਭੁੱਖ ਲੱਗੀ ਹੋਈ ਹੈ। ਮਾਂ ਨੂੰ ਪਤਾ ਸੀ ਨਾ ਵੀ ਇਹਦੇ ਅੰਦਰ ਦੀ ਅਵਸਥਾ, ਵੀ ਇਹ ਰੋਂਦਾ ਪੀੜਾ ਦਰਦ ਕਰਕੇ ਨਹੀਂ ਆ, ਇਹ ਭੁੱਖ ਕਰਕੇ ਰੋਂਦਾ। ਸੀਨੇ ਨਾਲ ਲਾਇਆ, ਚੁੱਪ ਕਰ ਗਿਆ। ਤੇ ਫਿਰ ਉਹ ਪਰਮੇਸ਼ਵਰ ਕੀ ਹੈ? ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ। ਉਹ ਸਾਰਿਆਂ ਦੀ ਸਾਰ ਲੈਣ ਵਾਲਾ ਹੈ, ਉਹ ਹਰ ਇੱਕ ਦੇ ਦੁੱਖ ਦਰਦ ਨੂੰ ਸਮਝਣ ਵਾਲਾ ਹੈ। ਪਰ ਸਾਨੂੰ ਵੀ ਤਾਂ ਚਾਹੀਦਾ ਉਸ ਗੁਣਵੰਤ ਦੇ ਗੁਣ ਗਾਈਏ, ਉਹਨੂੰ ਸਿਮਰੀਏ, ਉੱਠਦਿਆਂ ਬਹਿੰਦਿਆਂ ਚੇਤੇ ਕਰੀਏ। ਉਹ ਸਾਰਿਆਂ ਦੀ ਸਾਰ ਲੈਣ ਵਾਲਾ ਹੈ। ਕਹਿੰਦੇ ਕਿਉਂ ਮੈਂ ਆਪਣੇ ਮਨ ਤੋਂ ਕਿਵੇਂ ਵਿਸਾਰ ਦੇਵਾਂ? ਉਹ ਤੇ ਸਾਰਿਆਂ ਦੀ ਪਾਲਣਾ ਕਰਨ ਵਾਲਾ, ਸਾਰਿਆਂ ਦੀ ਸਾਰ ਲੈਣ ਵਾਲਾ, ਸਾਰਿਆਂ ਦੇ ਦੁੱਖ ਦਰਦ ਨੂੰ ਸਮਝਣ ਵਾਲਾ ਹੈ। ਜੇ ਸਾਰਿਆਂ ਦੇ ਦੁੱਖ ਦਰਦ ਗੁਰੂ ਸਾਹਿਬ ਨੂੰ ਮਹਿਸੂਸ ਹੋਏ, ਤਾਂ ਹੀ ਤੇ ਆਖਿਆ ਸੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਜੇ ਇਹ ਮਹਿਸੂਸ ਹੋਇਆ ਤਾਂ ਹੀ ਮਹਾਰਾਜ ਨੇ ਆਖਿਆ ਕਿ ਸਾਰੇ ਜਗਤ ਦੇ ਜੀਆਂ ਨੂੰ ਰੱਖ ਲੈ। ਇਹ ਵਿਕਾਰਾਂ ਦੀ ਅਗਨੀ, ਤ੍ਰਿਸ਼ਨਾ ਦੀ ਅਗਨੀ, ਨਫ਼ਰਤ ਦੀ ਅਗਨੀ ਵਿੱਚ ਝੁਲਸਦੇ ਜਾ ਰਹੇ ਨੇ। ਅੱਜ 2 ਮੁਲਕਾਂ ਦੀ ਆਪਸੀ ਲੜਾਈ, ਪਰ ਉਹਨਾਂ ਦੀ ਲੜਾਈ ਦੇ ਵਿੱਚ ਕਿੰਨੇ ਲੋਕ ਉੱਥੇ ਝੁਲਸ ਰਹੇ ਆ, ਕਿੰਨਾ ਉੱਥੇ ਦਰਦ ਪੀੜਾ ਝੱਲ ਰਹੇ ਆ। ਪਰ ਜਿੱਥੇ ਜਿੱਥੇ ਵੀ ਪਰਮੇਸ਼ਵਰ ਨਾਲ ਜੁੜਿਆ ਕੋਈ ਬੈਠਾ ਹੈ, ਉਹ ਆਪਣੀ ਅਰਦਾਸ ਦੇ ਨਾਲ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਜ਼ਰੂਰ ਕਰਦਾ ਹੈ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੀ ਇਹ ਕੁਛ ਹੈ ਕਿ ਤੂੰ ਆਪਣੀ ਵੀ ਅਰਦਾਸ ਕਰ ਤੇ ਸਰਬੱਤ ਦੇ ਭਲੇ ਦੀ ਵੀ ਅਰਦਾਸ ਕਰ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਨੇ ਬਾਣੀ ਨੂੰ ਵਿਚਾਰ ਕੇ ਸਤਿਗੁਰੂ ਦਾ ਮਿਲਾਪ ਹਾਸਲ ਕੀਤਾ, ਉਹਨਾਂ ਨੂੰ ਸਮਝ ਆ ਗਈ ਕਿ ਮਨ ਬਾਂਛਤ ਫਲ ਦੇਤ ਹੈ ਸੁਆਮੀ, ਜੀ ਕੀ ਬਿਰਥਾ ਸਾਰੇ। ਉਹ ਸਾਰਿਆਂ ਦੇ ਜੀ ਦੀ ਬਿਰਥਾ ਨੂੰ, ਅਵਸਥਾ ਨੂੰ ਸਮਝਣ ਵਾਲਾ ਹੈ। ਅਨਾਥ ਕੇ ਨਾਥੇ ਸਰਬ ਕੈ ਸਾਥੇ, ਜਪ ਜੂਐ ਜਨਮ ਨਾ ਹਾਰੀਐ। ਨਾਨਕ ਕੀ ਬੇਨੰਤੀ ਪ੍ਰਭ ਪਹਿ, ਕਿਰਪਾ ਕਰ ਭਵ ਜਲ ਤਾਰੀਐ। ਹੁਣ
ਜੇ ਇਹ ਗੱਲਾਂ ਸਮਝ ਆ ਗਈਆਂ ਤੇ ਅੱਗੇ ਫਿਰ ਬੇਨਤੀ ਕਰਨੀ ਆਪਾਂ। ਪਹਿਲਾਂ ਸਾਨੂੰ ਸਮਝਾਇਆ ਅਨਾਥ ਕੇ ਨਾਥੇ, ਜਿਹੜਾ ਅਨਾਥਾਂ ਦਾ ਨਾਥ ਹੈ। ਸਰਬ ਕੈ ਸਾਥੇ, ਜਿਹੜਾ ਸਾਰਿਆਂ ਦਾ ਸਾਥੀ ਹੈ। ਕੋਈ ਵੀ ਐਸਾ ਨਹੀਂ ਜਿਹਦੇ ਨਾਲ ਉਹ ਨਹੀਂ ਹੈ, ਕੋਈ ਵੀ ਐਸਾ ਨਹੀਂ ਜਿਹਦੇ ਨਾਲ ਉਹ ਨਹੀਂ ਖਲੋਤਾ ਹੋਇਆ। ਹਰ ਇੱਕ ਦੇ ਨਾਲ ਉਹ ਹੈ, ਹਰ ਇੱਕ ਦਾ ਸਾਥੀ ਹੈ। ਉਹ ਅਨਾਥਾਂ ਦਾ ਨਾਥ ਹੈ। ਜਪ ਦੇ ਪਾ ਨੂੰ ਸਿਹਾਰੀ, ਜਪ ਕੇ ਜੂਏ ਜਨਮ ਨਾ ਹਾਰੀਏ। ਕਹਿੰਦੇ ਉਹਨੂੰ ਜਪ ਕੇ ਆਪਣਾ ਜਨਮ ਸਫਲਾ ਕਰ ਲੋ, ਐਵੇਂ ਜੂਏ ਦੀ ਤਰ੍ਹਾਂ ਆਪਣੀ ਜ਼ਿੰਦਗੀ ਦੀ ਬਾਜੀ ਹਾਰੋ ਨਾ। ਇਹ ਸਾਨੂੰ ਸਮਝਾਇਆ ਹੈ ਕਿ ਜਿਹੜਾ ਅਨਾਥਾਂ ਦਾ ਨਾਥ ਹੈ, ਜਿਹੜਾ ਸਾਰਿਆਂ ਦੇ ਸਾਥ ਹੈ, ਉਹਨੂੰ ਜਪ ਕੇ ਜੀਵਨ ਲੇਖੇ ਲਾ ਲਓ। ਉਹਨੂੰ ਨਾ ਜਪ ਕੇ ਆਪਣੀ ਜ਼ਿੰਦਗੀ ਨੂੰ ਜੂਏ ਦੀ ਤਰ੍ਹਾਂ ਹਾਰੋ ਨਾ। ਅਸੀਂ ਸਾਰਾ ਕੁਝ ਮੰਗ ਰਹੇ ਹਾਂ, ਸਾਰਾ ਕੁਝ ਮਾਇਆਵੀ ਪਦਾਰਥ, ਦੁਨੀਆ ਦੇ ਸੁੱਖ, ਪਰ ਉਹਦਾ ਨਾਮ ਨਹੀਂ ਮੰਗ ਰਹੇ। ਐਸਾ ਜੱਗ ਦੇਖਿਆ ਜੁਆਰੀ। ਗੁਰੂ ਸਾਹਿਬ ਨੂੰ ਫਿਰ ਤਰਸ ਆ ਗਿਆ। ਕਹਿੰਦੇ ਮੈਂ ਆ ਜਗਤ ਵੇਖ ਰਿਹਾ, ਸਾਰਾ ਮੈਨੂੰ ਜੁਆਰੀਓ ਹੀ ਨਜ਼ਰ ਆਈ ਜਾਂਦਾ ਹੈ। ਜੂਏ ਵਿੱਚ ਸਭ ਕੁਝ ਹਾਰਨ ਵਾਲਾ ਹੀ ਨਜ਼ਰ ਆਈ ਜਾਂਦਾ। ਸਭ ਸੁੱਖ ਮੰਗੈ ਨਾਮ ਵਿਸਾਰੀ। ਨਾਮ ਨੂੰ ਛੱਡ ਕੇ ਬਾਕੀ ਸਭ ਕੁਝ ਹੀ ਮੰਗੀ ਜਾਂਦਾ ਹੈ, ਸਭ ਕੁਝ ਮੰਗੀ ਜਾਂਦਾ ਹੈ। ਪਰ ਜੋ ਮੰਗਦਾ ਉਹਦੇ ਨਾਲ ਜ਼ਿੰਦਗੀ ਦੀ ਬਾਜੀ ਨਹੀਂ ਜਿੱਤੀ ਜਾਣੀ, ਉਹ ਜਿੱਤੀ ਜਾਣੀ ਹੈ ਨਾਮ ਨਾਲ। ਤੇ ਨਾਮ ਨੂੰ ਵਿਸਾਰ ਕੇ ਸਭ ਕੁਝ ਮੰਗੀ ਜਾਂਦਾ ਹੈ। ਐਸਾ ਜੱਗ ਦੇਖਿਆ ਜੁਆਰੀ। ਮਹਾਰਾਜ ਕਹਿੰਦੇ ਮੈਂ ਜਗਤ ਵਿੱਚ ਐਸੇ ਜੁਆਰੀ ਵੇਖਿਆ। ਅਸੀਂ ਕਹਿੰਦੇ ਜੀ ਅਸੀਂ ਤਾਂ ਜੂਆ ਖੇਡਦੇ ਨਹੀਂ, ਅਸੀਂ ਤੇ ਨਾ ਜੂਆ ਖੇਡਣ ਵਾਲਿਆਂ 'ਚ ਬੈਠਦੇ ਹਾਂ, ਨਾ ਉਹਨੂੰ ਹੱਥ ਲਾਉਂਦੇ ਹਾਂ ਅਸੀਂ। ਪਰ ਮਹਾਰਾਜ ਕਹਿੰਦੇ ਉਹ ਨਹੀਂ ਖੇਡਦਾ, ਅੰਦਰ ਦੀ ਬਾਜੀ ਤੇ ਹਾਰੀ ਜਾਂਦਾ। ਤਿੰਨੀ ਜਨਮ ਜੂਏ ਹਾਰਿਆ ਕਿਹਨਾਂ ਨੇ? ਜਿਹੜੇ ਅੰਦਰੋਂ ਮੈਲੇ ਸੀ ਤੇ ਬਾਹਰੋਂ ਨਿਰਮਲ ਸਨ। ਕਹਿੰਦੇ ਜਨਮ ਵੀ ਤੇਰੀ ਇੱਕ ਖੇਡ ਹੈ। ਆ ਖੇਡ ਜਿਹੜੀ ਹੈ ਨਾ, ਇਹ ਬਾਜੀ ਜੂਏ ਦੀ ਤਰ੍ਹਾਂ ਹਾਰ ਨਾ ਜਾਵੀਂ ਕਿਤੇ। ਇਸ ਲਈ ਨਾਮ ਦੇ ਰਾਹੀਂ ਹੀ ਇਸ ਜਨਮ ਦੀ ਬਾਜੀ ਨੂੰ ਜਿੱਤਿਆ ਜਾਣਾ ਹੈ। ਅਨਾਥ ਕੇ ਨਾਥੇ ਸਰਬ ਕੈ ਸਾਥੇ, ਜਪ ਜਪ ਕੇ ਜੂਏ ਜਨਮ ਨਾ ਹਾਰੀਐ। ਜਪ ਕੇ ਆਪਣਾ ਜੀਵਨ ਲੇਖੇ ਲਾ ਲਓ, ਜੀਵਨ ਦੀ ਬਾਜੀ ਜਿੱਤ ਕੇ ਜਾਓ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਜੀਵਨ ਨੂੰ ਸਵਾਰ ਕੇ ਜਾਓ। ਜੂਏ ਜਨਮ ਨਾ ਹਾਰੀਏ। ਆਪਣੇ ਜਨਮ ਨੂੰ ਜੂਏ ਦੀ ਤਰ੍ਹਾਂ ਨਾ ਹਾਰੋ। ਫਿਰ ਕੀ ਕਰੀਏ ਜੀ? ਮਹਾਰਾਜ ਕਹਿੰਦੇ ਅਰਦਾਸ ਕਰ। ਕਿਵੇਂ ਕਰੀਏ? ਸਭ ਕਹਿੰਦੇ ਨਾਨਕ ਕੀ ਬੇਨੰਤੀ ਪ੍ਰਭ ਪਹਿ। ਨਾਨਕ ਜੀ ਦੱਸਦੇ ਆ ਵੀ ਅਰਦਾਸ ਕਰ ਕਿ ਪ੍ਰਭੂ ਜੀ ਮੇਰੀ ਬੇਨਤੀ ਤੁਹਾਡੇ ਕੋਲ ਹੈ। ਪਹਿ ਦਾ ਅਰਥ ਤੁਹਾਡੇ ਪਾਸ, ਤੁਹਾਡੇ ਕੋਲ ਹੈ ਮੇਰੀ ਬੇਨਤੀ। ਮੈਂ ਕਿਸੇ ਹੋਰ ਅੱਗੇ ਬੇਨਤੀ ਨਹੀਂ ਕਰਨੀ, ਕਿਸੇ ਅਧੂਰੇ ਅੱਗੇ ਨਹੀਂ ਕਰਨੀ। ਮੇਰੀ ਬੇਨਤੀ ਸਿਰਫ ਤੁਹਾਡੇ ਚਰਨਾਂ ਵਿੱਚ ਹੈ। ਨਾਨਕ ਕੀ ਬੇਨੰਤੀ ਪ੍ਰਭ ਪਹਿ, ਕਿਰਪਾ ਕਰ ਭਵ ਜਲ ਤਾਰੀਐ। ਆਪਣੀ ਕਿਰਪਾ ਸਾਡੇ ਤੇ ਕਰ ਦਿਓ। ਕਿਰਪਾ ਕੀ? ਆਪਣੇ ਨਾਮ ਦੀਆਂ ਬਖਸ਼ਿਸ਼ਾਂ ਸਾਨੂੰ ਦੇ ਦਿਓ ਤਾਂ ਕਿ ਇਸ ਭਵ ਜਲ ਚੋਂ ਤਰਿਆ ਜਾ ਸਕੇ। ਇਹ ਦਾਤਾ ਜੀ ਤੁਹਾਡੀ ਸ਼ਰਨ ਵਿੱਚ ਆ ਕੇ ਬੇਨਤੀ ਕਰ ਰਹੇ ਹਾਂ, ਸਾਨੂੰ ਇਸ ਭਵ ਜਲ ਵਿੱਚੋਂ ਤਾਰ ਦਿਓ। ਕਿਉਂਕਿ ਅਸੀਂ ਆਪਣੇ ਆਪ ਨਹੀਂ ਤਰ ਸਕਦੇ ਹਾਂ, ਅਸੀਂ ਨਾਮ ਦੇ ਆਸਰੇ ਤਰ ਸਕਦੇ ਹਾਂ। ਇਸ ਲਈ ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ। ਦਿਨ ਰਾਤ ਨਾਨਕ ਚਾਓ ਇਹੋ ਮੰਗਣਾ, ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ। ਆ ਮੰਗਣਾ ਹੈ ਸਿਰਮੌਰ, ਦਾਨਾ ਸਿਰ ਦਾਨ ਨਾਮ ਦਾਨ। ਤੇ ਇਹ ਜਿਹੜਾ ਦਾਨ ਮੰਗਣਾ ਇਹ ਭਿਖਾਰੀ ਬਣ ਕੇ ਮੰਗਿਆ ਜਾਣਾ ਹੈ। ਤੇ ਜਦੋਂ ਆਹ ਦਾਨ ਮਿਲ ਗਿਆ ਫਿਰ ਅਸੀਂ ਜ਼ਿੰਦਗੀ ਦੀ ਬਾਜੀ ਹਾਰ ਕੇ ਨਹੀਂ, ਫਿਰ ਅਸੀਂ ਜਿੱਤ ਕੇ ਜਾਵਾਂਗੇ। ਫਿਰ ਭਵਜਲ ਵਿੱਚ ਡੁੱਬਾਂਗੇ ਨਹੀਂ, ਇਸ ਭਵਜਲ ਵਿੱਚੋਂ ਤਰ ਜਾਵਾਂਗੇ। ਉਹ ਹੈ ਨਾਮ ਦੇ ਆਸਰੇ। ਤੇ ਉਹ ਕਿਵੇਂ ਹੋਏਗਾ? ਸਤਿਗੁਰ ਭੇਟ ਤੇ। ਜਦੋਂ ਸਤਿਗੁਰੂ ਨੂੰ ਮਿਲਾਂਗੇ ਅੰਦਰ ਦੇ ਕਪਾਟ ਖੁੱਲਣਗੇ ਤੇ ਫਿਰ ਉੱਥੇ ਆ ਕੇ ਇਹ ਮੰਗ ਵਾਹਿਗੁਰੂ ਜੀ ਦੇ ਦਰ ਤੇ ਜੁੜ ਕੇ ਮੰਗੀ ਜਾਣੀ ਹੈ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਆਪਣਾ ਨਾਮ ਦੇਹੋ,
ਆਪਣਾ ਨਾਮ ਦੇਹੋ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਇਹ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਸਾਡੇ ਤੇ ਮਿਹਰ ਕਰੋ, ਅਸੀਂ ਵੀ ਸਾਸ ਗਿਰਾਸ ਨਾਮ ਨੂੰ ਸਿਮਰਦਿਆਂ ਹੋਇਆਂ ਸਤਿਗੁਰੂ ਦੀ ਕਿਰਪਾ ਦੇ ਨਾਲ ਆਪਣੇ ਜੀਵਨ ਨੂੰ ਲੇਖੇ ਚਲਾ ਸਕੀਏ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਸਭਨਾਂ ਨੂੰ ਬਾਣੇ ਔਰ ਬਾਣੀ ਦੇ ਰੰਗ ਵਿੱਚ ਰੰਗ ਕੇ ਰੱਖਣ। ਅੰਮ੍ਰਿਤ ਵੇਲੇ ਨਿਤਨੇਮ ਦੀਆਂ ਦਾਤਾਂ ਦੇ ਕੇ ਸਤਿਗੁਰੂ ਨਿਵਾਜਣ। ਅੱਜ ਦੇ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ। ਅਨਾਥ ਕੇ ਨਾਥੇ ਸਰਬ ਕੈ ਸਾਥੇ, ਜਪ ਜੂਐ ਜਨਮ ਨਾ ਹਾਰੀਐ। ਨਾਨਕ ਕੀ ਬੇਨੰਤੀ ਪ੍ਰਭ ਪਹਿ, ਕਿਰਪਾ ਕਰ ਭਵ ਜਲ ਤਾਰੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।